ਹੋ ਤੁਸੀਂ ਪਹਿਲੇ ਤੇ ਮੈਨੂੰ ਦੱਸ ਦਿਓ ਕੌਣ ਸਵਾਲ ਕਰਨਾ ਚਾਹੁੰਦਾ ਹੈ ਤਾਂ ਕਿ ਅਸੀਂ ਟਾਈਮ ਨੂੰ ਸਾਹਮਣੇ ਰੱਖਦੇ ਹਾਂ। ਮੈਂ ਫਿਰ ਤੁਹਾਨੂੰ ਦਾਵਤ ਦਵਾਂਗੀ ਕੌਣ ਪਹਿਲੇ ਸਵਾਲ ਕਰਨਾ ਚਾਹੁੰਦਾ ਹੈ। किसी को सवाल है? हाँ जी, ए मिसबा नसरीन ने। जी मिसबा नसरीन। जी मिसबा नौरीन। मिसबा नौरीन, सॉरी जी मैडम ना मैं गल करना चाहांगी कि जिस तरह कि मैं एक मां वां, मेरे मेरे कोल कुड़ी भी है मुंडा भी है धी पुੱਤਰ ਤੇ ਮੈਨੂੰ ਕੋਈ ਟਿਪ ਦੱਸਣਗੇ ਅੱਜ ਦੇ ਦੌਰ ਦੇ ਵਿੱਚ ਕਿ ਮੈਂ ਉਹਨਾਂ ਨੂੰ ਦੋਵਾਂ ਨੂੰ ਕਿਸ ਤਰ੍ਹਾਂ ਇਹ ਸਿਖਾਵਾਂ। ਜ਼ਾਹਿਰ ਹੈ ਬੇਟੀ ਨੂੰ ਵਾਕਈ ਮੈਂ ਸਿਖਾਣੀ ਤੇ ਹੈ, ਧੀ ਨੂੰ ਹੱਕ ਵੀ ਉਹਦਾ ਪੂਰਾ ਦਿੰਨੀ ਹੈ, ਲੇਕਿਨ ਉਹ ਜਿਹੜਾ ਮੈਡਮ ਨੇ ਹੁਣੇ ਪਹਿਲੇ ਗੱਲ ਕੀਤੀ ਸੀ ਨਾ ਕਿ ਅਸੀਂ ਫਰਕ ਰੱਖਦੇ ਹਾਂ, ਅਸੀਂ ਨਾ ਚਾਹੁੰਦੇ ਹੋਏ ਵੀ ਕਿਉਂ ਰੱਖਨੇ ਆ, ਕਿਉਂਕਿ ਅਸੀਂ ਆਪਣੀ ਮਾਵਾਂ ਨੂੰ ਵੀ ਰੱਖਦੇ ਵੇਖਿਆ ਜਾਂ ਸਾਡਾ ਮੁਆਸ਼ਰਾ ਰੱਖ ਰਿਹਾ ਜਾਂ ਸਾਨੂੰ ਜੇ ਇਹ ਜਿਹੜਾ ਸ਼ੌਹਰ ਹੈ ਸਾਡੇ ਨਾਲ ਜਿਹਨੇ ਘਰ ਦਾ ਮਾਹੌਲ ਬਣਾਇਆ ਹੋਇਆ ਅਸੀਂ ਉਹਦੇ ਸਾਹਮਣੇ ਬੈਲੈਂਸ ਕਰਨ ਦੀ ਖਾਤਰ ਹੀ ਸਹੀ ਤੇ ਅਸੀਂ ਉਹ ਥੋੜਾ ਜਿਹਾ ਫਰਕ ਨਹੀਂ ਜ਼ਿਆਦਾ ਫਰਕ ਕਰ ਚਾਹੀਦਾ। ਤੇ ਮੈਨੂੰ ਕੋਈ ਥੋੜੇ ਜਿਹੇ ਟਿਪ ਦੱਸਣ ਜਿਹੜੇ ਕਿ ਮੇਰੇ ਕੰਮ ਆਣ ਔਰ ਮੈਂ ਆਉਣ ਵਾਲੀ ਸੋਸਾਇਟੀ 'ਚ ਔਰ ਆਉਣ ਵਾਲੇ ਦੌਰ ਦੇ ਵਿੱਚ ਆਪਣੇ ਕੁਝ ਹਿੱਸਾ ਪਾ ਦਿਆਂ ਇਸ ਕੰਮ 'ਚ। बहुत अच्छा जी आसमा जी। ਇਹ ਕੋਈ ਫਾਰਮੂਲਾ ਤੇ ਹੈ ਨਹੀਂ ਕਿਸੇ ਵੀ ਚੀਜ਼ ਦਾ। ਜ਼ਿੰਦਗੀ ਹੈ ਜਿਹੜੀ ਉਹ ਹਰ ਵੇਲੇ ਬਦਲਦੀ ਹੈ, ਹਰ ਪਲ ਨਵੀਂ ਹੈ ਔਰ ਹਰ ਇੱਕ ਲਈ ਜ਼ਿੰਦਗੀ ਇੱਕ ਨਵੇਂ ਰੰਗ ਵਿੱਚ ਹੈ। ਅਸੀਂ ਕੋਈ ਰੂਲ ਨਹੀਂ ਬਣਾ ਸਕਦੇ, ਕੋਈ ਕਾਇਦਾ ਕਾਨੂੰਨ ਨਹੀਂ ਬਣਾ ਸਕਦੇ ਕਿ ਤੁਸੀਂ ਇਸ ਟਾਈਮ ਤੇ ਇਹ ਕਰਨਾ ਤੇ ਇਸ ਟਾਈਮ ਤੇ ਇਹ ਕਰਨਾ। ਤੁਸੀਂ ਸਿਰਫ ਆਪਣੇ ਕੋਲ ਆਪਣੇ ਦਿਮਾਗ ਦੇ ਵਿੱਚ ਹਰ ਵੇਲੇ ਇਹ ਚੀਜ਼ ਕਿ ਬੇਟੀ ਹੈ ਜਿਹੜੀ ਹੋਵੇ ਜਿਹਨੇ ਆਉਣ ਵਾਲੀ ਅਗਲੀ ਨਸਲ ਨੂੰ ਬਣਾਉਣਾ ਹੈ ਔਰ ਬੇਟੀ ਨਾਲ ਵੀ ਬਾਪ ਦਾ ਰਿਸ਼ਤਾ ਦੋਸਤੀ ਦਾ ਉਵੇਂ ਹੋਣਾ ਚਾਹੀਦਾ ਜਿਵੇਂ ਉਹਦਾ ਬੇਟੇ ਦੇ ਨਾਲ ਹੈ। ਐਸੇ ਤਰ੍ਹਾਂ ਤੁਹਾਡਾ ਰਵੱਈਆ ਔਰ ਤੁਹਾਡੀ ਦੋਸਤੀ ਬੇਟੇ ਦੇ ਨਾਲ ਵੀ ਉਂਝੇ ਹੋਣੀ ਚਾਹੀਦੀ ਹੈ ਜਿਵੇਂ ਬੇਟੀ ਦੇ ਨਾਲ। ਅਗਰ ਬੇਟੀ ਤੁਹਾਨੂੰ ਦੱਸ ਸਕਦੀ ਹੈ ਨਾ ਆਪਣੀ ਕੋਈ ਪਰਸਨਲ ਗੱਲ ਜਾਂ ਆਪਣੀ ਕਿਸੇ ਸਹੇਲੀ ਦਾ ਕੋਈ ਲਵ ਅਫੇਅਰ ਜਾਂ ਉਸ ਤਰ੍ਹਾਂ ਦੀ ਚੀਜ਼ ਜਾਂ ਆਪਣੀ ਬੇਟੇ ਨਾਲ ਵੀ ਤੁਹਾਡੀ ਦੋਸਤੀ ਇੰਝ ਦੀ ਹੋਵੇ ਕਿ ਉਹ ਵੀ ਦੱਸ ਸਕੇ। ਜਿਸ ਵਕਤ ਤੁਸੀਂ ਖਾਣ ਦੀ ਗੱਲ ਕਰਦੇ ਹੋ ਜਾਂ ਪਾਣ ਦੀ ਗੱਲ ਕਰਦੇ ਹੋ ਜਾਂ ਕੰਮ ਦੀ ਗੱਲ ਕਰਦੇ ਹੋ ਤੇ ਤੁਸੀਂ ਬੱਚਿਆਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਦੇਖੋ ਇਹ ਘਰ ਹੈ, ਇਸ ਘਰ ਵਿੱਚ ਅਸੀਂ ਇੰਨੇ ਲੋਕ ਹਾਂ, ਇੰਨੇ ਘੰਟੇ ਇਹ ਬੱਚਾ ਕੰਮ ਕਰਦਾ ਹੈ, ਇੰਨੇ ਘੰਟੇ ਇਹ ਕੰਮ ਕਰਦਾ ਹੈ, ਸੋ ਅਸੀਂ ਸਭ ਨੇ ਕਿਸ ਤਰ੍ਹਾਂ ਕੰਮ ਨੂੰ ਡਿਵਾਈਡ ਕਰਨਾ। ਇਹ ਤੁਸੀਂ ਕਰ ਸਕਦੇ ਹੋ, ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ। ਠੀਕ ਹੈ ਸਾਡੀ ਸੁਸਾਇਟੀ ਹੈ ਉਹਦੇ ਵਿੱਚ ਸਾਨੂੰ ਥੋੜਾ ਬਹੁਤ ਫਰਕ ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਕਰਨੇ ਆ। ਅਗਲੀ ਜਨਰੇਸ਼ਨ ਹੋ ਸਕਦਾ ਉਹਨੂੰ ਕਵਰ ਕਰ ਜਾਏ। ਅਸੀਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਨਾ ਕਿ ਅਸੀਂ ਚੀਜ਼ਾਂ ਬੁਨਿਆਦੀ ਆਪਣੇ ਘਰ ਤੋਂ ਸਿੱਖਨੇ ਆ ਤੇ ਸਾਡੇ ਘਰ ਦੇ ਵਿੱਚ ਕੰਮ ਹੈ ਜਿਹੜਾ ਉਹ ਡਿਵਾਈਡਡ ਸੀ। ਇਹ ਨਹੀਂ ਸੀ ਕਿ ਕੁੜੀਆਂ ਨੇ ਕੰਮ ਕਰਨਾ ਤੇ ਮੁੰਡਿਆਂ ਨੇ ਨਹੀਂ ਕਰਨਾ, ਕਿਉਂਕਿ ਵਾਲਿਦ ਸਾਹਿਬ ਨੇ ਜਿਹੜੇ ਉਹਨਾਂ ਦਾ ਇਹ ਹੁੰਦਾ ਸੀ ਕਿ ਸਭ ਨੇ ਬਰਾਬਰ ਕੰਮ ਕਰਨਾ। ਅਗਰ ਅਸੀਂ ਕੱਪੜੇ ਧੋ ਰਹੇ ਹਾਂ ਤੇ ਉਹਨਾਂ ਨੇ ਭਾਈਆਂ ਨੂੰ ਨਾਲ ਲਾ ਕੇ ਕਹਿਣਾ ਕਿ ਆਓ ਅਸੀਂ ਤਿੰਨੋਂ ਮਿਲ ਕੇ ਤਾਰ ਤੇ ਪਾਣੇ ਆ ਔਰ ਫਿਰ ਉਤਾਰ ਕੇ ਤੈਅ ਵੀ ਅਸੀਂ ਕਰਨੇ, ਫਿਰ ਬਾਜੀਆਂ ਰੱਖ ਦੇਣਗੀਆਂ ਜਿੱਥੇ ਜਿੱਥੇ ਰੱਖਣੇ। ਸੋ ਆ ਗਈ ਨਾ ਇਕੁਐਲਿਟੀ, ਬੇਸ਼ੱਕ ਥੋੜੀ ਜਿਹੀ ਨਹੀਂ ਆਈ। ਫਿਰ ਅਗਰ ਅਸੀਂ ਕੱਪੜੇ ਇਸਤਰੀ ਕਰ ਰਹੇ ਹਾਂ ਤੇ ਇੱਕ ਭਾਈ ਦੇ ਮੈਂ ਕਰ ਰਹੀ ਹਾਂ, ਇੱਕ ਭਾਈ ਦੇ ਦੂਸਰੀ ਭੈਣ ਕਰ ਰਹੀ ਹੈ ਤੇ ਅੱਬੂ ਦੇ ਤੀਸਰੀ ਭੈਣ ਕਰ ਰਹੀ ਹੈ, ਸੋ ਡਿਵਾਈਡ ਕਰਕੇ ਸੀ ਤੇ ਅੱਬੂ ਨੇ ਭਾਈ ਨੂੰ ਨਾਲ ਬਿਠਾ ਕੇ ਸਭ ਦੇ ਕਹਿਣਾ ਕਿ ਅਸੀਂ ਮਿਲ ਕੇ ਸਭ ਦੇ ਸ਼ੂਜ਼ ਪਾਲਿਸ਼ ਕਰਨਾ। ਠੀਕ ਹੈ ਨਾ। ਸੋ ਤੁਸੀਂ ਕੋਈ ਫੈਸਲਾ ਨਹੀਂ ਕਰ ਸਕਦੇ, ਕੋਈ ਕਾਨੂੰਨ ਜਾਂ ਅਸੂਲ ਨਹੀਂ ਬਣਾ ਸਕਦੇ। ਜ਼ਿੰਦਗੀ ਦੇ ਨਾਲ ਹਰ ਵੇਲੇ ਨਵੇਂ ਅਸੂਲ ਬਣਦੇ ਔਰ ਟੁੱਟਦੇ ਰਹਿੰਦੇ। ਅਗਰ ਸਾਡੀ ਨੀਅਤ ਔਰ ਸੋਚ ਅੱਛੀ ਹੈ ਨਾ ਤੇ ਹਮੇਸ਼ਾ ਨਵਾਂ ਫੈਸਲਾ, ਨਵਾਂ ਅਸੂਲ ਪਹਿਲੇ ਨਾਲੋਂ ਜ਼ਿਆਦਾ ਅੱਛਾ ਬਣੇਗਾ। ਤੇ ਤੁਸੀਂ ਸੋਚ ਸਿਰਫ ਇਹ ਰੱਖੋ ਕਿ ਅਸੀਂ ਉਹਨਾਂ ਨੂੰ ਇਕੱਠੇ ਲੈ ਕੇ ਚੱਲਣਾ ਹੈ। ਬਹੁਤ ਸ਼ੁਕਰੀਆ, ਬਹੁਤ ਸੋਹਣਾ ਜਵਾਬ ਹੈ। ਬਲਕਿ ਤੁਹਾਡੀ ਗੱਲ ਨਾਲ ਹੀ ਮੈਂ ਕੱਲ ਪਰਸੋਂ ਹੀ ਇੱਕ ਜੈਂਡਰ ਇਕੁਐਲਿਟੀ ਤੇ ਛੋਟੀ ਸ਼ਾਰਟ ਫਿਲਮ ਦੇਖੀ। ਇੰਡੀਆ ਇਸ ਤੇ ਕਾਫੀ ਕੰਮ ਕਰ ਰਿਹਾ, ਦੁਨੀਆ ਭਰ ਤੇ ਬਹੁਤ ਕੰਮ ਹੋ ਰਿਹਾ। ਉਹਦੇ ਵਿੱਚ ਇੱਕ ਬੱਚੀ ਹੈ ਜਿਹੜੀ ਪਾਰਟੀ 'ਚ ਜਾਣਾ ਚਾਹੁੰਦੀ ਹੈ, ਲੇਕਿਨ ਉਹ ਕਹਿ ਰਹੀ ਹੈ ਕਿ ਬਈ ਪਾਰਟੀ 'ਚ ਮੈਂ ਕਿਸ ਤਰ੍ਹਾਂ ਆ ਸਕਦੀ ਹਾਂ, ਅੰਮੀ ਨੇ ਤੇ ਇਜਾਜ਼ਤ ਨਹੀਂ ਦੇਣੀ ਕਿਉਂਕਿ ਰਾਤ ਦੇਰ ਹੋ ਜਾਂਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਵੀ ਬੱਚਿਆਂ ਨੂੰ ਬਾਹਰ ਦੇਰ ਤੱਕ ਨਹੀਂ ਰਹਿਣਾ। ਤੇ ਉਹ ਬੱਚੀ ਜਿਹੜੀ ਉਹਨੂੰ ਪਾਰਟੀ ਤੇ ਬੁਲਾ ਰਹੀ ਹੈ, ਉਹ ਬਹੁਤ ਸਾਰੇ ਉਹਨੂੰ ਕਹਿੰਦੀ ਹੈ ਕਿ ਤੂੰ ਕੋਸ਼ਿਸ਼ ਕਰਨਾ, ਤੂੰ ਅੰਮੀ ਨਾਲ ਗੱਲ ਕਰ, ਤੂੰ ਆਪਣੇ ਭਾਈ ਨਾਲ ਗੱਲ ਕਰ, ਤੂੰ ਕਹਿ ਕਿ ਮੇਰੀ ਸਹੇਲੀ ਦੀ ਪਾਰਟੀ ਹੈ, ਅਸੀਂ ਕੁਝ ਐਸਾ ਤੇ ਨਹੀਂ ਕਰਨਾ, ਇਹ ਪਾਰਟੀ 'ਚ ਮੈਨੂੰ ਜਾਣ ਦਿਓ। ਉਹ ਵਿਚਾਰੀ ਬਹੁਤ ਕੋਸ਼ਿਸ਼ ਕਰਦੀ ਹੈ, ਆਪਣੀ ਪਹਿਲੇ ਭਾਈ ਨਾਲ ਗੱਲ ਕਰਦੀ ਹੈ ਕਿ ਦੇਖ ਤੂੰ ਵੀ ਤੇ ਪਾਰਟੀ ਤੇ ਜਾਣਾ ਹੈ ਨਾ, ਤੇ ਤੂੰ ਰਾਤ ਦੇਰ ਨਾਲ ਆਉਣਾ ਹੈ, ਤੇ ਮੈਂ ਤੇ ਅੱਜ ਪਹਿਲੀ ਵਾਰੀ ਮੇਰੀ ਸਹੇਲੀ ਨੇ ਮੈਨੂੰ ਬੁਲਾਇਆ, ਪਲੀਜ਼ ਤੂੰ ਅੰਮੀ ਦੇ ਨਾਲ ਗੱਲ ਕਰਕੇ ਮੈਂ ਇਹਨੂੰ ਛੱਡਣ ਵੀ ਜਾਵਾਂਗਾ
ਤੇ ਲੈਣ ਵੀ ਜਾਵਾਂਗਾ ਤੇ ਤੁਸੀਂ ਇਹਨੂੰ ਇਜਾਜ਼ਤ ਦੇ ਦਿਓ। ਭਾਈ ਉਹਦੇ ਨਾਲ ਬਹੁਤ ਸਖਤ ਨਾਰਾਜ਼ ਹੁੰਦਾ ਹੈ ਕਿ ਤੂੰ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀ ਹੈ, ਸਾਡੀਆਂ ਲੜਕੀਆਂ ਨੂੰ ਤੇ ਪਾਰਟੀਆਂ ਸੂਟ ਨਹੀਂ ਕਰਦੀਆਂ, ਜਿਹੜੀਆਂ ਮੈਂ ਜਿਨ੍ਹਾਂ ਪਾਰਟੀਆਂ 'ਚ ਜਾਣਾ ਉੱਥੇ ਜਿਹੜੀਆਂ ਕੁੜੀਆਂ ਆਉਂਦੀਆਂ ਨੇ ਉਹ ਚੰਗੀਆਂ ਨਹੀਂ ਹੁੰਦੀਆਂ। ਤੇ ਉਹ ਵਿਚਾਰੀ ਬਹੁਤ ਕੋਸ਼ਿਸ਼ ਕਰਦੀ ਹੈ, ਲੇਕਿਨ ਇਹ ਗੱਲ ਫਿਰ ਉਹਦੀ ਮਮ ਸੁਣ ਲੈਂਦੀ ਹੈ। ਹੁਣ ਇਹ ਬੱਚਾ ਜਿਹੜਾ ਲੜਕਾ ਹੈ ਉਹ ਚੁੱਕਿ ਉਹਨੂੰ ਤੇ ਆਜ਼ਾਦੀ ਹੈ, ਉਹ ਪਾਰਟੀ 'ਚ ਜਾਣ ਲਈ ਤਿਆਰ ਹੈ ਔਰ ਕਹਿ ਰਿਹਾ ਮਮ ਮੈਂ ਸੁਬਾਹ ਹੀ ਆਵਾਂਗਾ। ਤੇ ਉਹ ਕਹਿ ਰਹੀ ਹੈ ਹਾਂ ਪਾਰਟੀ 'ਚ ਜਾ ਸਕਦਾ ਹੈ, ਤੂੰ ਜਾ, ਕੋਈ ਜਾ ਸਕਦਾ ਹੈ ਇਸ ਘਰ ਚੋਂ, ਪਰ ਤੂੰ ਨਹੀਂ। ਬੱਚੀ ਵੱਲ ਇਸ਼ਾਰਾ ਕਰਕੇ ਕਹਿੰਦੀ ਕਿ ਇਹ ਜਾਏਗੀ। ਉੱਥੇ ਉਹ ਮਤਲਬ ਬੜੇ ਹੈਰਾਨ ਹੁੰਦੇ, ਲੜਕੀ ਵੀ ਹੈਰਾਨ ਹੁੰਦੀ ਹੈ ਕਿਉਂਕਿ ਉਹ ਬਿਲਕੁਲ ਅਨਯੂਜੂਅਲ ਜਿਹਾ ਜਵਾਬ ਹੁੰਦਾ ਹੈ, ਉਹ ਮਾਂ ਤੋਂ ਐਕਸਪੈਕਟ ਨਹੀਂ ਕਰ ਰਹੇ ਹੁੰਦੇ। ਲੇਕਿਨ ਉੱਥੇ ਮਾਂ ਇੱਕ ਸਟੈਂਡ ਲੈਂਦੀ ਹੈ, ਉਹ ਕਹਿੰਦੀ ਹੈ ਕਿ ਜਿਹੜੀ ਤੂੰ ਜਵਾਬ ਦਿੱਤਾ ਹੈ ਨਾ ਆਪਣੀ ਭੈਣ ਨੂੰ ਕਿ ਉੱਥੇ ਜਿਹੜੀਆਂ ਕੁੜੀਆਂ ਆਉਂਦੀਆਂ ਨੇ ਉਹ ਇਸ ਕਾਬਲ ਨਹੀਂ ਹੁੰਦੀਆਂ, ਜਾਂ ਉਹ ਮਾਸ਼ਰੇ ਲਈ ਖਰਾਬ ਨੇ, ਜਾਂ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਚੰਗੀਆਂ ਨਹੀਂ ਹੁੰਦੇ ਜਿਹੜੇ ਲੋਕ ਇੱਥੇ, ਇਹਦਾ ਮਤਲਬ ਹੈ ਕਿ ਖਰਾਬੀ ਤੇਰੇ ਅੰਦਰ ਵਿੱਚ, ਤੂੰ ਤੇਰੇ ਅੰਦਰ ਹੀ ਖਰਾਬੀ ਹੈ, ਤੂੰ ਆਪ ਤੇ ਉਸ ਮਹਿਫਲਾਂ ਵਿੱਚ ਜਾਣਾ ਚਾਹਨਾ ਹੈ ਔਰ ਤੂੰ ਉੱਥੇ ਆਈਆਂ ਕੁੜੀਆਂ ਨੂੰ ਇਸ ਨਜ਼ਰ ਨਾਲ ਵੇਖਣਾ ਹੈ ਕਿ ਉਹ ਲੜਕੀਆਂ ਅੱਛੀਆਂ ਨੇ। ਤੇ ਇਹਦਾ ਮਤਲਬ ਮੈਂ ਇਹ ਸਮਝਦੀ ਹਾਂ ਕਿ ਤੈਨੂੰ ਆਪਣਾ ਕਿਬਲਾ ਦੁਰਸਤ ਕਰਨ ਦੀ ਜ਼ਰੂਰਤ ਹੈ, ਤੂੰ ਹੁਣ ਘਰ ਰਵੇਂਗਾ ਤਾਂ ਇਹ ਜਾਏਗੀ। ਯਾਨੀ ਇੱਕ ਛੋਟੀ ਜਿਹੀ ਗੱਲ ਹੈ, ਲੇਕਿਨ ਇਸ ਤਰ੍ਹਾਂ ਦੀਆਂ ਫਿਲਮਾਂ ਅਗਰ ਬਣਨ, ਇਹ ਰੋਲ ਸਾਡੇ ਤਬਦੀਲ ਹੋ ਸਕਦੇ ਨੇ। ਔਰ ਮੈਂ ਤੁਹਾਡੇ ਨਾਲ ਫੁੱਲੀ ਐਗਰੀ ਕਰਦੀ ਹਾਂ ਆਸਮਾ ਜੀ ਕਿ ਇਹ ਗੱਲ, ਮੈਂ ਤੇ ਬਲਕਿ ਕੰਮ ਹੀ ਇਹ ਕਰਦੀ ਹਾਂ, ਬੱਚਿਆਂ ਦੀ ਅਰਲੀ ਡਿਵੈਲਪਮੈਂਟ ਦੇ ਵਿੱਚ ਮਾਂ-ਬਾਪ ਦਾ ਤੇ ਘਰ ਦਾ ਰੋਲ ਸਭ ਤੋਂ ਇੰਪੋਰਟੈਂਟ ਹੈ। ਬਾਅਦ ਦੇ ਵਿੱਚ ਸਕੂਲ ਤੇ ਯੂਨੀਵਰਸਿਟੀਆਂ ਤੇ ਬਾਕੀ ਸਭ ਕੁਝ ਆਉਂਦਾ ਹੈ। ਜੇ ਘਰ ਵਿੱਚ ਫਾਊਂਡੇਸ਼ਨ ਬੁਨਿਆਦ ਅੱਛੀ ਹੋਵੇ, ਜ਼ੁਬਾਨ ਦੇ ਹਵਾਲੇ ਨਾਲ, ਕਲਚਰ ਦੇ ਹਵਾਲੇ ਨਾਲ, ਅਖਲਾਕ ਦੇ ਹਵਾਲੇ ਨਾਲ, ਤਰਬੀਅਤ ਦੇ ਹਵਾਲੇ ਨਾਲ, ਤੇ ਫਿਰ ਪੌਦਾ ਜਿਹੜਾ ਨਾ ਉਹ ਫਲਦਾਰ ਬਣਦਾ ਹੀ ਬਣਦਾ ਹੈ। ਜੀ ਕਿਸੇ ਨੇ ਹੱਥ ਚੁੱਕਿਆ ਹੈ, ਮੈਂ ਦੇਖਣੀ ਆ ਗੈਲਰੀ ਵਿੱਚ ਜਾ ਕੇ ਕਿ ਇਹਨਾਂ ਦਾ ਕੀ ਨਾਮ ਹੈ। निम्रा जी ने, जी निम्रा सवाल करना चाहते हो करो। मैं आप दोनों की बात पे एग्री करती हूँ, थोड़ा सा आगे लेके चलूंगी अपनी सिस्टर के लिए जिन्होंने टिप मांगा है कि आपकी बात आपने ऐड कर दी वो फिल्म के बारे में। हम फोकस करते हैं लड़कियों को तरबियत देने की, लड़कों को तरबियत देने की जरूरत है कि लड़की को हम कह देते हैं कपड़े ढके पहनो, ये करो वो करो। हम अपने बच्चों लड़कों को क्यों नहीं सिखाते कि आपने नहीं देखना गंदी नजर से, वो भी आपकी रिस्पेक्टेड वुमन है। तो हमने अपने लड़कों को सिखाना है। और जैसे आपने बात की अपने अब्बू की कि वो आपके भाइयों को लेके बैठते थे शूज पॉलिश करने, हमारे घर में भी ऐसी है, इक्वालिटी है। हमने बोल के नहीं करना, हमने एक्शन के थ्रू सिखाना है बच्चों को। आप उनके ज़हन में वो बात नहीं डाल सकते, आप उनको इनकरेज करें छोटी छोटी कि अगर फॉर एग्जाम्पल टाइम ऑफ द मंथ है तो आपने कैसे अपनी बहन का ख्याल रखना है, अपनी माँ का ख्याल रखना है। और अगर आपकी बहन काम पे जा रही है तो आप घर पे सफाई कर लो। छोटे छोटे ऐसे टिप्स एंड ट्रिक्स हैं जो आप अपने बच्चों को, अपने हस्बैंड के लिए भी अवेयरनेस का जरिया बन सकते हैं। तो दैट्स ऑल आई वांटेड टू से। बहुत बहुत शुक्रिया निम्रा। मैं देख रही हूँ कि मिसबा, नौरीन फिर हाथ उठाए हुए हैं। किसी और ने बात करनी है? मैं मिसबा जरा सा इंतजार कीजिए। कोई और बात करना चाहता है, कोई सवाल करना चाहता है आसमा कादरी जी से? ठीक है, जब तक आप सोचें, हमारे पास अभी 10 मिनट हैं। मैं मिसबा से कहूंगी कि वो आप अपनी बात करें। मैं ना असल च ਉਹ ਗੱਲ ਤੋਂ ਹੀ ਹੋਇਆ ਸੀ, ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹ ਰਹੀ ਸੀ ਇੱਕ ਨਾ जी जी ਕਿ ਮੇਰੇ ਘਰ 'ਚ ਇਸ ਤਰ੍ਹਾਂ ਹੀ ਹੋਇਆ ਕਿ ਬੱਚੀਆਂ ਤੇ ਮਾਸ਼ਾਅੱਲਾ ਨੇ ਉਹੀ ਗੱਲ ਪੂਰਾ ਲਿਬਾਸ ਪਾਨੀਆਂ ਨੇ, ਸ਼ਲਵਾਰ ਕਮੀਜ਼ ਦੁਪੱਟਾ। ਲੇਕਿਨ ਅੱਜ ਕੱਲ ਜਿਵੇਂ ਫੈਸ਼ਨ ਹੈ ਕਿ ਗਰਮੀ ਦੇ ਵਿੱਚ ਨਾ ਲੜਕੇ ਬਰਮੂਦਾ ਪਾ ਲੈਂਦੇ ਨੇ, ਤੇ ਉਹ ਮੇਰੀ ਬੇਟੀ ਨੇ ਵਾਕਈ ਇਤਰਾਜ਼ ਕੀਤਾ ਇੱਕ ਦਿਨ ਕਿ ਅੰਮਾ ਅਗਰ ਤੁਸੀਂ ਸਾਨੂੰ ਕਹਿੰਦੇ ਹੋ ਕਿ ਢੱਕ ਕੇ ਰੱਖੋ, ਸਾਡੀ ਸ਼ਰਮ ਹਯਾ ਹੈ ਤੇ ਕੀ ਮੁੰਡਿਆਂ ਦੀ ਨਹੀਂ ਹੈ? ਤੇ ਇਹਨਾਂ ਨੂੰ ਵੀ ਬਰਮੂਦਾ ਘਰ 'ਚ ਕਹੋ, ਜੇ ਮਤਲਬ ਸਾਨੂੰ ਵੇਖ ਕੇ ਇਹਨਾਂ ਨੂੰ ਸ਼ਰਮ ਆਉਂਦੀ ਤੇ ਇਹਨਾਂ ਨੂੰ ਵੇਖ ਕੇ ਸਾਨੂੰ ਵੀ ਸ਼ਰਮ ਆਉਂਦੀ ਹੈ। ਤੇ ਯਕੀਨ ਕਰੋ ਉਹ ਵਾਕਈ ਮੈਂ ਕੋਸ਼ਿਸ਼ ਤੇ ਕੀਤੀ। ਫਿਰ ਮੈਂ ਇਹਨਾਂ ਦੇ ਵਾਲਿਦ ਨਾਲ ਗੱਲ ਕੀਤੀ ਕਿ ਤੁਸੀਂ ਇਹਨਾਂ ਨੂੰ, ਬੱਚਿਆਂ ਨੂੰ ਮਨਾ ਕਰੋ ਵੀ ਇਹ ਵੀ ਪੂਰਾ ਹੈ ਪਜਾਮਾ ਪਾਣ ਤੇ ਇਹ ਵੀ ਉਹੋ ਜਿਹਾ ਬਰਮੂਦਾ ਨਾ ਪਾਣ ਕੇ ਬੱਚਿਆਂ ਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੈ। ਤੇ ਇਹ ਮੈਂ ਇਹਨਾਂ ਦਾ ਐਕਸਪੀਰੀਅੰਸ, ਆਪਣਾ ਐਕਸਪੀਰੀਅੰਸ ਸ਼ੇਅਰ ਕਰੀ ਕਿ ਅੱਛੀ ਗੱਲ ਹੈ ਵਾਕਈ ਕਿ ਅਸੀਂ ਦੋਨਾਂ ਬੱਚਿਆਂ ਨੂੰ ਹੀ ਇੱਕੋ ਜਿਹਾ ਤਰੀਕਾ ਸਿਖਾ ਸਕਦੇ ਹਾਂ। ਤੇ ਕੋਸ਼ਿਸ਼ ਕਰੀ ਤੀ ਅਸੀਂ ਆਪਣੀ ਸਾਰੀ। मैं किस में छोटा सा एक्सपीरियंस। बहुत अच्छा मिसबा, थैंक यू सो मच जी। समीना वान अनम्यूट कर लो। समीना वान जी, अस्सलाम वालेकुम। और मुझे बहुत ही मजा आया आज जो भी कहा गया, जो भी सुना गया। मैं बस ज्यादा वक्त नहीं लेना चाहती हूँ। मेरा ख्याल है कि मेरी जो वर्ती मेंबर्स और बहनें हैं वो बड़े अच्छे और बड़े डायरेक्ट क्वेश्चंस कर रही हैं रिलेटिंग टू किड्स ट्रेनिंग, विच इज वेरी इंपॉर्टेंट। क्योंकि
ਤੁਸੀਂ ਦੋਵਾਂ ਦੀ ਜਿਹੜੀ ਗੱਲ ਸੀ ਡਾਕਟਰ ਸਾਹਿਬਾ ਦੀ ਤੇ ਤੁਹਾਡੀ, ਉਹ ਮੇਨਲੀ ਸਾਡੀ ਅਗਲੀ ਜਨਰੇਸ਼ਨ ਦੀ ਜ਼ਿਹਨੀ ਤਰਬੀਅਤ ਤੇ ਜ਼ਿਹਨ ਸਾਜ਼ੀ ਦੇ ਨਾਲ ਮੁਤਲਕ ਸੀ ਕਿ ਅਸੀਂ ਬਦਲ ਨਹੀਂ ਸਕਦੇ ਹਾਂ ਜਿਹੜੇ ਲੋਕ ਮੌਜੂਦ ਹਨ ਤੇ ਜਿਨ੍ਹਾਂ ਨੇ ਇਹ ਮੁਆਸ਼ਰਾ ਬਣਾ ਦਿੱਤਾ ਹੈ, ਲੇਕਿਨ ਅਸੀਂ ਜ਼ਿਹਨ ਸਾਜ਼ੀ ਕਰ ਸਕਦੇ ਹਾਂ ਜਿਹੜੇ ਬੱਚੇ ਤੇ ਬੱਚੀਆਂ ਦੋਵਾਂ ਦੀ ਬਰਾਬਰ ਹੋ ਸਕਦੀ ਹੈ। ਜਿਨ੍ਹਾਂ ਦੇ ਲੜਕੇ ਨਹੀਂ ਹਨ ਉਹਨਾਂ ਵਾਸਤੇ ਤੇ ਆਸਾਨ ਹੈ ਸ਼ਾਇਦ ਕਿ ਉਹ ਆਪਣੇ ਜੈਸੀਆਂ ਬੱਚੀਆਂ ਬਣਾਉਣ ਤੇ ਓਬਵੀਅਸਲੀ ਐਜੂਕੇਸ਼ਨ ਮੇਕਸ ਅ ਲੋਟ ਆਫ ਡਿਫਰੈਂਸ। ਮੈਨੂੰ ਲੱਗਿਆ ਕਿ ਸਵਾਲ ਨਹੀਂ ਹੈ ਤੇ ਮੈਂ ਫਿਰ ਡਾਕਟਰ ਸਾਹਿਬਾ ਕੋਲ ਇੱਕ ਸਵਾਲ ਕਰਨਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਜ਼ਿਆਦਾ ਜਿਹੜੀ ਸੈਲਫ ਅਜ਼ਰਸ਼ਨ ਨੇ ਉਸ ਦੇ ਇਲਾਵਾ ਜਿਹੜੀ ਅਸੀਂ ਜ਼ਿਆਦਾ ਚੀਜ਼ਾਂ ਦੇਖਦੇ ਹਾਂ ਕਰਿਕੂਲਮ ਦੇ ਅੰਦਰ ਤੇ ਕੁਝ ਵੀ ਨਹੀਂ ਹੈ, ਲੇਕਿਨ ਅਸੀਂ ਜ਼ਿਆਦਾ ਉਹ ਚੀਜ਼ਾਂ ਦੇਖਦੇ ਹਾਂ ਜਿਹੜੀ ਕਿ ਲੈਂਗੁਏਜ ਜਿਹੜੀ ਉਹ ਬੜੀ ਅਹਿਮ ਹੈ। ਤੇ ਲੈਂਗੁਏਜ ਜਾਨੀ ਹੁਣ ਅਸੀਂ ਜਿਹੜੀ ਨਜ਼ਮ ਸੁਣੀਏ ਉਹ ਨਜ਼ਮ ਗਾਣੇ ਵਾਸਤੇ ਤੇ ਉਸ ਦੇ ਬਾਰੇ ਚ ਡੈਫੀਨੇਸ਼ਨ ਤੇ ਉਸਨੂੰ ਐਕਸਪਲੇਨ ਤੇ ਅਸੀਂ ਖੁਦ ਕਰ ਲਿਆ ਵੇ, ਉਹ ਸੈਲਫ ਅਜ਼ਰਸ਼ਨ ਨੇ ਕਿ ਸਾਨੂੰ ਸਮਝ ਆਉਂਦੀ ਹੈ। ਔਰ ਸਾਡੇ ਤੋਂ ਇਲਾਵਾ ਜਿਹੜੀ ਮਰਦ ਹਨ ਉਹਨਾਂ ਨੇ ਸਾਡੀ ਹਾਲਤ ਸਮਝ ਕੇ ਲਿਖ ਵੀ ਦਿੱਤੀ ਸਾਡੇ ਵਾਸਤੇ, ਬਟ ਹਾਊ ਮੈਨੀ women and how many teachers and how many stories are there traditionally ਸਾਡੇ ਕੋਲ ਅਰਫਾਨਾ ਕਲਾਮ ਤੇ ਪੰਜਾਬੀ ਤੇ ਬਾਕੀ ਪਾਕਿਸਤਾਨੀ ਜ਼ੁਬਾਨਾਂ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਵੇ ਕਿ ਜਿਹੜਾ women discourse ਹੈ ਤੇ ਉਹ ਸੋਲ ਦੇ ਨਾਲ ਕਰਕੇ ਤੇ ਮਤਲਬ ਥੋੜਾ ਜਿਹਾ ਮੈਨੂੰ ਲੱਗਦਾ ਡਾਕਟਰ ਸਾਹਿਬਾ ਸਮਝ ਰਹੇ ਨੇ ਕਿ ਸਾਡੇ ਬਾਰੇ ਇਸ ਤਰ੍ਹਾਂ ਦੀ ਗੱਲ ਔਰਤਾਂ ਦੀ ਜ਼ੁਬਾਨੀ ਨਹੀਂ ਹੈ। ਮੈਂ ਕੱਲ ਪੂਰਾ ਦਿਨ ਢੂੰढਦੀ ਰਹੀ ਹਾਂ ਕਿ ਜਿਹੜੀ ਮਜ਼ਦੂਰਨੀਆਂ ਨੇ, ਦੇਖੋ ਤੁਸੀਂ ਮਜ਼ਦੂਰ ਦੀ ਗੱਲ ਕਰਦੇ ਹੋ ਨਾ, ਵਿਚ ਇਜ਼ ਅਗੇਨ ਅ ਵੈਰੀ ਮਸਕੂਲਨ ਸਿੰਬਲ ਕਿ ਮਜ਼ਦੂਰ ਹੈ, ਮਰਦ ਹੈ। ਅੱਛਾ ਮਜ਼ਦੂਰਨੀ ਦੀ ਕਿਹੜੀ ਗੱਲ ਹੈ? ਅੱਛਾ ਫਿਰ ਮੈਂ ਦੋ ਸਵਾਲ ਕਰਾਂਗੀ ਸਾਰਿਆਂ ਦੇ ਵਾਸਤੇ, ਔਰ ਉਸ ਤੋਂ ਪਹਿਲੇ ਮੈਂ ਕਹਾਂਗੀ ਕਿ ਨੁਜ਼ਰਤ ਜੀ ਸਾਨੂੰ ਇੱਕ ਪੂਰਾ ਸੈਸ਼ਨ ਚਾਹੀਦਾ ਹੈ ਤਾਂ ਕਿ ਆਸਮਾ ਦੀ ਜਿਹੜੀ ਗੁਫ਼ਤਗੂ ਹੋਈ ਅਸੀਂ ਉਸ ਤੇ ਸਾਰੇ ਤੇ ਗੱਲਬਾਤ ਦੁਬਾਰਾ ਕਰ ਸਕੀਏ। ਤੇ ਉਹ ਇੱਕ ਮੇਰਾ ਖਿਆਲ ਇਸ ਵਾਸਤੇ ਜ਼ਿਆਦਾ ਚੁੱਪ ਨੇ ਕਿ ਵਕਤ ਥੋੜਾ ਵੇ ਤੇ ਗੱਲਬਾਤ ਬਹੁਤ ਜ਼ਿਆਦਾ ਇਹਨਾਂ ਦੀ ਇਗਨਾਈਟ ਹੋ ਗਏ ਨੇ ਬਹੁਤ ਸਾਰੇ ਮੌਜ਼ੂਆਤ ਤੇ ਜਿਹੜੀ ਮੈਂ ਕਹਿੰਦੀ ਹਾਂ ਕ੍ਰਿਟੀਕਲ ਥਿੰਕਿੰਗ ਦੀ ਜ਼ਰੂਰਤ ਵੀ ਹੈ। ਮੈਂ ਛੋਟਾ ਜਿਹਾ ਇੱਕ ਸਵਾਲ ਰੱਖਾਂਗੀ, ਉਹ ਸਾਰਿਆਂ ਵਾਸਤੇ ਰੱਖਾਂਗੀ ਕਿ ਅਸੀਂ ਜਿਹੜੀ ਜ਼ਬਾਨ ਇਸਤੇਮਾਲ ਕਰ ਰਹੇ ਹਾਂ ਉਸ ਜ਼ਬਾਨ ਨੇ ਸਾਨੂੰ 94 ਤੋਂ ਬਾਅਦ ਸਵਾ ਸਦੀ ਤੋਂ ਬਾਅਦ ਵੀ ਇਸ ਕਾਬਿਲ ਨਹੀਂ ਬਣਾਇਆ ਕਿ ਅਸੀਂ ਫਿਰ ਉਸ ਜ਼ਬਾਨ ਦੇ ਮੁਤਾਬਿਕ ਰੋਲ ਡਿਟਰਮਿਨ ਕਰ ਸਕੀਏ। ਅਸੀਂ ਸੈਲਫ ਅਜ਼ਰਸ਼ਨ ਜਿਹੜੀ ਬੜੀ ਜ਼ਰੂਰੀ ਚੀਜ਼ ਹੈ ਉਸ ਤੋਂ ਜਾਨੀ ਅੱਜ ਵੀ ਲੈਕਚਰ ਦੇਖੋ ਨਾ ਸਾਰਾ ਇਸ ਦੇ ਬਾਰੇ ਸੀ ਔਰ ਬੜਾ ਅਹਿਮ ਹੈ ਔਰ ਬਹੁਤ ਰਿਪੀਟ ਕਰਨੇ ਦੀ ਜ਼ਰੂਰਤ ਹੈ। ਪਰ ਅਸੀਂ ਉਸ ਸਟੇਜ ਤੇ ਕਦੋਂ ਆਵਾਂਗੇ ਕਿ ਅਸੀਂ ਉਜਰਤ ਦਾ ਤਯਨ ਕਰੀਏ ਕਿ ਜਿਹੜੇ ਕੰਮ ਕਰਦੀਆਂ ਪਈਆਂ ਔਰਤਾਂ ਉਹ ਉਜਰਤ ਦੇ ਬਗੈਰ ਕਰਦੀਆਂ ਔਰ ਉਹ ਕਹਿੰਦੀਆਂ ਕਿ ਜੀ ਸਾਡੀ ਛੁੱਟੀ ਵੀ ਨਹੀਂ ਹੈ, ਅਸੀਂ ਕੁਝ ਲੈਂਦੇ ਵੀ ਨਹੀਂ ਹੈ। ਦੇ ਹੈਵ ਟੂ ਡਿਟਰਮਿਨ ਇਟ, ਉਹਨਾਂ ਨੂੰ ਉਜਰਤ ਵੀ ਲੈਣੀ ਚਾਹੀਦੀ, ਉਹਨਾਂ ਨੂੰ ਡਿਟਰਮਿਨ ਆਪਣੇ ਵਰਕ ਆਵਰਸ ਵੀ ਕਰਨੇ ਚਾਹੀਦੇ ਨੇ ਔਰ ਇਟ ਵੁੱਡ ਬੀ ਸਟਾਰਟਿੰਗ ਫਰਮ women folk sitting anywhere in the world globally। ਹੁਣ ਚੀਜ਼ਾਂ ਹੁੰਦੀਆਂ ਪਿਆਂ ਜਿਸ ਨੂੰ ਤੁਸੀਂ ਜਦੋਂ ਜੈਂਡਰ ਸਟੱਡੀਜ਼ ਕਹਿੰਦੇ ਹੋ ਤੇ ਦੇਖੋ ਸਾਡੀ ਆਪਣੀ ਗੱਲ ਹੁੰਦੀ ਪਈ। ਸੋ ਆਈ ਥਿੰਕ ਕਿ ਜ਼ਰੂਰਤ ਹੈ ਕਿ ਅਸੀਂ ਤਲਾਸ਼ ਕਰੀਏ ਕਿ ਇਹ ਔਰਤਾਂ ਨੇ ਆਪਣੀ ਸੈਲਫ ਅਜ਼ਰਸ਼ਨ ਤੋਂ ਬਾਅਦ ਜਿਹੜੇ ਰੋਲਸ ਦੀ ਤਫਹੀਮ ਹੈ ਉਹ ਕਿਉਂ ਨਹੀਂ ਕੀਤੀ। ਸਾਨੂੰ ਔਰਤਾਂ ਨਹੀਂ ਨਜ਼ਰ ਆਉਂਦੀਆਂ ਜਿਹੜੀਆਂ ਕਿ ਮਜ਼ਦੂਰਨੀਆਂ ਹੋਣ ਤੇ ਮਜ਼ਦੂਰਨੀਆਂ ਬਣ ਕੇ ਦੇਖੋ ਨਾ ਕੀੜੀ ਦੀ ਮਿਸਾਲ ਆਉਂਦੀ ਹੈ ਤੇ ਇੰਨੀਆਂ ਸਾਰੀਆਂ ਔਰਤਾਂ ਅਸੀਂ ਦੇਖਦੇ ਹਾਂ ਆਪਣੇ ਲਿਟਰੇਰੀ ਤੇ ਐਕੈਡੈਮਿਕ ਸੀਨਸ ਤੇ ਫਿਰ ਕਰਿਕੂਲਮ ਦੇ ਵਿੱਚ ਵੀ ਇਸ ਵਾਸਤੇ ਸਾਨੂੰ ਜ਼ਿਆਦਾ ਨਹੀਂ ਨਜ਼ਰ ਆਉਂਦੀ। ਸੋ ਦਿਸ ਇਜ਼ ਜਸਟ ਲਾਈਕ ਅ ਕਮੈਂਟ ਐਂਡ ਆਬਵੀਅਸਲੀ ਅਗਲੇ ਸੈਸ਼ਨ ਦਾ ਅਸੀਂ ਵੇਟ ਕਰਾਂਗੇ ਕਿ ਇਸ ਤੇ ਜ਼ਿਆਦਾ ਗੱਲ ਕਰ ਸਕੀਏ। ਥੈਂਕ ਯੂ ਵੈਰੀ ਮਚ। ਯੂ ਵੈਲਕਮ, ਬਹੁਤ ਸ਼ੁਕਰੀਆ ਸਮੀਨਾ। ਔਰ ਮੈਨੂੰ ਵੀ ਇਹ ਲੱਗਦਾ ਹੈ ਕਿ ਇਹ ਗੱਲ ਦਰੁਸਤ ਹੈ ਕਿ ਇਹਦੇ ਵਾਸਤੇ ਸਾਨੂੰ ਪੂਰਾ ਇੱਕ ਸੈਸ਼ਨ ਚਾਹੀਦਾ ਹੈ ਜਿਹਦੇ 'ਚ ਅਸੀਂ ਸਾਰੇ ਖੁੱਲ ਕੇ ਗੱਲਬਾਤ ਕਰ ਸਕੀਏ, ਆਪਣੇ ਐਕਸਪੀਰੀਅੰਸਿਸ ਵੀ। ਔਰ ਇਹ ਜਿਹੜਾ ਤੁਹਾਡਾ ਸਵਾਲ ਹੈ ਇਹਦੇ ਤੇ ਵੀ ਮਤਲਬ ਇਹ ਤੁਸੀਂ ਡਾਕਟਰ ਸਾਹਿਬ ਨੂੰ ਜੋ ਸਵਾਲ ਕੀਤਾ ਹੈ ਇਹ ਸਾਡੇ ਸਾਰਿਆਂ ਵਾਸਤੇ ਹੈ ਨੇ, ਅਸੀਂ ਵੀ ਇੰਝ ਸੋਚਦੇ ਹਾਂ। ਔਰ ਟਾਈਮ ਮੇਰੇ ਕੋਲ ਇੰਨਾ ਹੈ ਨਹੀਂ, ਮੇਰਾ ਖਿਆਲ ਹੈ ਕਿ ਅਸੀਂ ਇਹਨੂੰ ਪੂਰਾ ਸੈਸ਼ਨ ਜਿਹੜਾ ਨਾ ਅਸੀਂ ਰੱਖ ਸਕਦੇ ਹਾਂ ਦੁਬਾਰਾ ਤੋਂ। ਆਸਮਾ ਜੀ ਜਿਹੜੇ ਨੇ ਉਹ ਜੀ ਆਸਮਾ ਕੁਝ ਕਹਿਣ ਲੱਗੇ ਹੋ? ਹਾਂਜੀ ਜੀ ਅਸੀਂ ਨੁਜ਼ਰ ਜੀ ਜ਼ਰੂਰ ਸੈਸ਼ਨ ਤੁਸੀਂ ਜਿੰਨੇ ਵੀ ਕਹੋ ਅਸੀਂ ਹਾਜ਼ਰ ਹਾਂ ਔਰ ਜ਼ਰੂਰ ਬੜਾ ਅੱਛਾ ਲੱਗੇਗਾ ਮਿਲ ਕੇ ਗੱਲ ਕਰੀਏ। ਜਿਹੜੀ ਗੱਲ ਸਮੀਨਾ ਜੀ ਕਰ ਰਹੇ ਨੇ ਉਹ ਬਿਲਕੁਲ ਠੀਕ ਕਰ ਰਹੇ ਨੇ ਕਿ ਜਦੋਂ ਤੱਕ ਔਰਤ ਲਈ ਗੱਲ ਨਹੀਂ ਕਰੇਗੀ ਔਰ ਔਰਤ ਲਈ ਲਿਖੇਗੀ ਨਹੀਂ ਉਦੋਂ ਤੱਕ ਗੱਲ ਅੱਗੇ ਨਹੀਂ ਚੱਲੇਗੀ। ਅੱਛਾ ਹੁਣ ਇੱਥੇ ਦੂਸਰਾ ਇਸ਼ੂ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਉਹ ਵੀ ਇਹੀ ਹੈ, ਉਹ ਵੀ ਇਸ਼ੂ ਜੈਂਡਰ ਦਾ ਹੀ ਹੈ ਕਿ ਜੋ ਲਿਖਣ ਵਾਲੇ ਮਰਦ ਹਜ਼ਰਾਤ ਨੇ ਉਹਨਾਂ ਨੇ ਔਰਤਾਂ ਲਿਖਣ ਵਾਲੀਆਂ ਦਾ ਵੀ ਰਸਤਾ ਬੰਦ ਕੀਤਾ ਹੋਇਆ। ਬਿਲਕੁਲ ਐਕੈਡਮੀਆ ਦੇ ਕੀ ਹਾਲਾਤ ਨੇ ਕਿਸੇ ਵਕਤ ਰੁਖਸਾਨਾ ਵੀ ਤੁਹਾਡੇ ਨਾਲ ਸ਼ੇਅਰ ਕਰਨਗੇ ਆਪਣੇ ਵੀ ਐਕਸਪੀਰੀਅੰਸ।
ਤੇ ਸਾਨੂੰ ਲੋੜ ਹੈ ਵੇ ਕਿ ਜਿਹੜਾ ਸਾਡੇ ਕੋਲ ਇੱਕ ਫਿਕਸੇਸ਼ਨ ਕਰ ਦਿੱਤੀ ਹੈ ਨਾ ਕਿ ਇੱਕ ਲਿਖਾਰੀ ਹੁੰਦਾ ਜਿਹੜਾ ਲਿਖਦਾ ਹੈ, ਇੱਕ ਰਾਈਟਰ ਹੁੰਦਾ ਹੈ, ਪਤਾ ਨਹੀਂ ਉਹ ਕੋਈ ਸੁਪਰ ਹਿਊਮਨ ਹੁੰਦਾ ਹੈ, ਉਹ ਕੋਈ ਅਸਮਾਨ ਤੋਂ ਲੱਥਦਾ ਹੈ ਤੇ ਉਹ ਲਿਖਦਾ ਹੈ। ਔਰਤ ਜੋ ਹਾਂਡੀ ਪਕਾਉਂਦੀ ਹੈ, ਜੋ ਕੱਪੜਾ ਸੀਂਦੀ ਹੈ, ਉਹਦੀ ਲਿਖਤ ਨਹੀਂ ਹੈ। ਵਾਹ ਵਾਹ। ਜਿਹੜਾ ਘਰ ਬਣਾਉਂਦੀ ਹੈ ਉਹਦੀ ਲਿਖਤ ਨਹੀਂ ਹੈ। ਜੋ ਬੱਚੇ ਦੀ ਤਰਬੀਅਤ ਕਰ ਰਹੀ ਹੈ ਉਹਦੀ ਲਿਖਤ ਨਹੀਂ ਹੈ। ਸੋ ਪਲੀਜ਼ ਹਰ ਔਰਤ ਲਿਖੇ। ਇਹ ਜੋ ਚੀਜ਼ਾਂ, ਜਿੰਨੇ ਕੰਮ ਤੁਸੀਂ ਕਰਦੇ ਹੋ, ਜੋ ਚੀਜ਼ਾਂ ਦੱਸਦੇ ਹੋ, ਬੋਲਦੇ ਹੋ, ਔਰ ਅਸੀਂ ਹੁਣ ਇਹ ਸਵਾਲ ਕਰ ਰਹੇ ਹਾਂ ਨਾ ਕਿ ਸਾਡੇ ਕੋਲ ਔਰਤਾਂ ਲਿਖਣ ਵਾਲੀਆਂ ਨਹੀਂ ਨੇ, ਸਵਾਲ ਹੋ ਗਿਆ। ਹੁਣ ਇਹਦਾ ਜਵਾਬ ਹੈ ਵੇ ਕਿ ਸਾਨੂੰ ਸਭ ਨੂੰ ਲਿਖਣਾ ਹੈ। ਬਿਲਕੁਲ। ਅਸੀਂ ਕਮ ਅਜ਼ ਕਮ ਅੱਜ ਇੱਕ ਪੇਜ ਦੇ ਉੱਤੇ ਜਿੰਨੇ ਲੋਕ ਬੈਠੇ ਆ, ਅਸੀਂ ਸਭ ਲਿਖਾਂਗੇ। ਅਸੀਂ ਸਭ ਅਗਰ ਲਿਖਨੇ ਆ ਅੱਜ, ਤੇ ਅਗਲੇ ਸਾਲ ਅਸੀਂ ਇਹ ਸਵਾਲ ਨਹੀਂ ਕਰਾਂਗੇ, ਅਗਲੇ ਸਾਲ ਸਾਡੇ ਕੋਲ ਨਵਾਂ ਸਵਾਲ ਹੋਏਗਾ। ਸੋ ਅਸੀਂ ਅੱਜ ਤੋਂ ਇਹ ਤੈਅ ਕਰਨੇ ਆ ਕਿ ਅਸੀਂ ਸਭ ਨੇ ਮਜ਼ਦੂਰ ਔਰਤ ਦੇ ਉੱਪਰ ਲਾਜ਼ਮੀ ਲਿਖਣਾ ਹੈ ਇੱਕ ਇੱਕ ਮਜ਼ਮੂਨ, ਔਰ ਲਿਖ ਕੇ ਦਿਓ ਉਹਨੂੰ, ਇੱਥੋਂ ਬੁੱਕ ਫਾਰਮ ਚ ਪਬਲਿਸ਼ ਮੈਂ ਕਰਾਂਗੀ। ਤੁਸੀਂ ਲਿਖੋ, ਇੱਕ ਪੈਰਾਗ੍ਰਾਫ ਲਿਖੋ। ਤੁਸੀਂ ਮਜ਼ਮੂਨ ਨਹੀਂ ਲਿਖ ਸਕਦੇ, ਨਾ ਲਿਖੋ, ਇੱਕ ਪੈਰਾਗ੍ਰਾਫ ਲਿਖ ਦਿਓ, ਇੱਕ ਪੇਜ ਲਿਖ ਦਿਓ, ਆਪਣਾ ਐਕਸਪੀਰੀਅੰਸ ਲਿਖ ਦਿਓ, ਕਿਸੇ ਤੋਂ ਸੁਣਿਆ ਤਜਰਬਾ ਲਿਖ ਦਿਓ, ਨਜ਼ਮ ਲਿਖ ਦਿਓ, ਸ਼ਾਇਰੀ ਲਿਖ ਦਿਓ। ਲੇਕਿਨ ਪਲੀਜ਼ ਸਮੀਨਾ ਜੀ ਦਾ ਸਵਾਲ ਬਹੁਤ ਅੱਛਾ ਔਰ ਬਹੁਤ ਇੰਪੋਰਟੈਂਟ ਹੈ। ਸਾਨੂੰ ਸਭ ਨੂੰ ਲਿਖਣ ਦੀ ਲੋੜ ਹੈ। ਬਹੁਤ ਅੱਛਾ ਨੇ ਰੁਖਸਾਨਾ, ਪਰ ਸਾਨੂੰ ਬਹੁਤ ਜ਼ਿਆਦਾ ਰਾਈਟਰਸ ਦੀ ਲੋੜ ਹੈ। ਬਿਲਕੁਲ ਬਿਲकुल, ਬਹੁਤ ਸੋਹਣਾ ਜਵਾਬ ਹੈ। ਔਰ ਮੈਂ ਦੇਖ ਰਹੀ ਹਾਂ ਕਿ ਸਮੀਨਾ ਬੱਟ ਵੀ ਕੁਝ ਕਹਿਣਾ ਚਾਹੁੰਦੇ ਨੇ। ਮੇਰੇ ਕੋਲ ਟੋਟਲ 4 ਮਿੰਟ ਨੇ, ਉਹਦੇ ਵਿੱਚ ਸਮੀਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੱਲ ਕਰੋ, ਫਿਰ ਅਸੀਂ ਇਹਨੂੰ ਬਹੁਤ ਚੰਗੀ ਤਰ੍ਹਾਂ ਵਾਈਂਡ ਅਪ ਕਰਾਂਗੇ। ਮੈਂ ਕੁਐਸਚਨ ਹੀ ਕਰਨਾ ਸੀ, ਕਹਿਣ ਵਾਲਾ ਟਾਈਮ ਨਹੀਂ ਹੈ ਮੇਰਾ ਖਿਆਲ ਹੈ। ਕੋਈ ਗੱਲ ਨਹੀਂ ਕਰੋ, ਅਸੀਂ ਇਹਨੂੰ 2 ਹਿੱਸਿਆਂ ਚ ਕਰ ਲਾਂਗੇ। ਤੁਸੀਂ ਸਵਾਲ ਤੇ ਕਰੋ ਨਾ। ਅੱਛਾ, ਹਾਂ, ਸਵਾਲ ਪਹਿਲੇ ਇਹ ਵੀ ਡਾਕਟਰ ਸਾਹਿਬਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਉਹ ਬਿਲਕੁਲ ਠੀਕ ਕਹਿ ਰਹੇ ਨੇ ਕਿ ਸਾਰੀਆਂ ਗੱਲਾਂ ਅਸੀਂ ਤਕਰੀਬਨ ਕਿਸੇ ਨਾ ਕਿਸੇ ਲੈਵਲ ਤੇ ਉਹ ਐਕਸਪੀਰੀਅੰਸ ਕੀਤੀਆਂ ਨੇ। ਬਿਲਕੁਲ ਠੀਕ ਗੱਲ ਉਹਨਾਂ ਨੇ ਕੀਤੀ, ਕਿਉਂਕਿ ਔਰਤਾਂ ਦੇ ਦੁੱਖ ਸੁੱਖ ਸਾਰੇ ਸਾਂਝੇ ਹੁੰਦੇ ਨੇ। ਤੇ ਬਹੁਤ ਉਹਨਾਂ ਦੀਆਂ ਮਤਲਬ ਉਹ ਮੋਟੀਵੇਟਿੰਗ ਗੱਲਾਂ ਨੇ। ਉਹਦੇ ਨਤੀਜੇ 'ਚ ਮੈਨੂੰ ਇੱਕ ਸਵਾਲ ਮੇਰੇ ਜ਼ਿਹਨ ਵਿੱਚ ਆਇਆ ਕਿ ਡਾਕਟਰ ਸਾਹਿਬਾ ਜ਼ਾਹਿਰ ਇਤਨੇ ਸਟੂਡੈਂਟਸ ਹਰ ਸਾਲ ਨਵੇਂ ਇਹਨਾਂ ਦੇ ਕੋਲ ਆਉਂਦੇ ਨੇ, ਸੈਸ਼ਨ ਵਿੱਚ ਆਉਂਦੇ ਨੇ। ਉਹ ਕਿਸ ਤਰ੍ਹਾਂ ਤੇ ਵੇਖਦੇ ਨੇ ਜਿਹੜੇ ਇਹਨਾਂ ਦੇ ਕੋਲ ਸਟੂਡੈਂਟ ਇਸ ਲੈਵਲ ਤੇ ਜ਼ਾਹਿਰ ਅਬਾਊਟ 19 ਦੀ ਏਜ ਤੇ ਜਾਂ 21 ਦੀ ਏਜ ਦੇ ਇਹਨਾਂ ਦੇ ਕੋਲ ਹੁੰਦੇ ਨੇ। ਤੇ 2-3 ਹਵਾਲਿਆਂ ਨਾਲ, ਇੱਕ ਹੈ ਕਿ ਪੰਜਾਬੀ ਨੂੰ ਐਜ਼ ਅ ਲੈਂਗੁਏਜ, ਐਜ਼ ਅ ਮਦਰ ਲੈਂਗੁਏਜ ਕਿਸ ਤਰ੍ਹਾਂ ਓਨ ਕਰਦੇ ਨੇ। ਪ੍ਰਾਈਡ ਉਹਨਾਂ ਵਿੱਚ ਕਿਤਨੀ ਕਿ ਆਪਣੀ ਮਦਰ ਲੈਂਗੁਏਜ ਨੂੰ ਓਨ ਕਰਨ ਦੀ, ਜਾਂ ਉਹਨੂੰ ਅੱਗੇ ਲੈ ਕੇ ਜਾਣ ਦੀ, ਜਾਂ ਆਪਣੇ ਘਰਾਂ ਦੇ ਵਿੱਚ ਉਸ ਤਰ੍ਹਾਂ ਬੋਲਣ ਦੀ, ਕਿਤਨਾ ਕੁ ਜ਼ਿਆਦਾ ਉਹ ਉਸ ਦੇ ਵਿੱਚ ਕੌਨਫੀਡੈਂਟ ਨੇ ਔਰ ਓਨ ਕਰਦੇ ਨੇ ਆਪਣੀ ਜ਼ੁਬਾਨ ਨੂੰ। ਇਸ ਕਲਚਰ ਵਿੱਚ ਜਿਹੜੇ ਹੁਣ ਉਰਦੂ ਵੀ ਪਿੱਛੇ ਰਹਿ ਗਈ ਹੈ, ਹੁਣ ਤੇ ਇੰਗਲਿਸ਼ ਘਰਾਂ ਵਿੱਚ ਜਿਹੜਾ ਨਾ ਮੌਮ ਡੈਡ ਆ ਗਿਆ ਹੋਇਆ, ਅੰਮੀ ਅੱਬਾ ਤੇ ਰਿਹਾ ਹੀ ਨਹੀਂ ਹੈ। ਦੂਸਰਾ ਇਹ ਕਿ ਜੈਂਡਰ ਅਵੇਅਰਨੈਸ ਦੇ ਹਵਾਲੇ ਨਾਲ ਤੁਸੀਂ, ਕਿਉਂਕਿ ਸਾਰੇ ਕਲਾਸ ਦੇ ਵਿੱਚ ਦੇਖਦੇ ਹੋ ਕੋ ਐਜੂਕੇਸ਼ਨ ਯੂਨੀਵਰਸਿਟੀ ਦੇ ਵਿੱਚ ਹਲੇ ਵੀ ਜਦੋਂ ਅਸੀਂ ਪੜ੍ਹਦੇ ਸਾਂ ਨਾ ਕਿ ਇੰਗਲਿਸ਼ ਲਿਟਰੇਚਰ ਵਿੱਚ ਸਾਂ, ਲੜਕੀਆਂ ਦਾ ਇੱਕ ਸਾਈਡ ਤੇ ਬੈਠੀਆਂ ਸਨ, ਲੜਕੇ ਇੱਕ ਸਾਈਡ ਤੇ ਬੈਠਦੇ ਸੀ, ਔਰ ਕੁਝ ਹੁੰਦੇ ਸਨ ਜਿਹੜੇ ਮਿਕਸ ਬੈਠਦੇ ਸਨ। ਮੈਜੋਰਟੀ ਜਿਹੜਾ ਅਲੱਗ-ਅਲੱਗ ਜਮੀਅਤ ਦਾ ਜ਼ਮਾਨਾ ਸੀ। ਤੇ ਹੁਣ ਕੀ ਸਿਚੁਏਸ਼ਨ ਹੈ? ਕੁਝ ਜੈਂਡਰ ਅਵੇਅਰਨੈਸ ਬੇਸ਼ੱਕ ਉਹ ਅਲੱਗ ਅਗਰ ਬੈਠ ਰਹੇ ਨੇ ਜਾਂ ਇਕੱਠੇ ਬੈਠ ਰਹੇ ਨੇ, ਤੇ ਕਿਤਨੀ ਕੁ ਜੈਂਡਰ ਅਵੇਅਰਨੈਸ ਦਾ ਉਹਨਾਂ ਦਾ ਮੁਖਤਲਿਫ ਤਰੀਕਿਆਂ ਨਾਲ ਮੇਰਾ ਖਿਆਲ ਹੈ ਤੁਸੀਂ ਵੇਖ ਕੇ ਅਸੈਸ ਕਰ ਸਕਦੇ ਹੋ ਕਿ ਉਹਨਾਂ ਦੀ ਸੋਚ ਕੀ ਹੈ। ਲੇਡੀਜ਼ ਦੀ ਆਦਮੀਆਂ ਦੇ ਬਾਰੇ ਚ ਕਿਸ ਤਰ੍ਹਾਂ ਦੀ ਸੋਚ ਹੈ, ਜਾਂ ਆਦਮੀ ਔਰਤਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਐਜ਼ ਅ ਪਰਸਨ ਨੂੰ ਲੈਂਦੇ ਨੇ ਕਿ ਨਹੀਂ ਲੈਂਦੇ, ਐਜ਼ ਅ ਪਰਸਨ ਨੂੰ ਲੈਂਦੇ ਨੇ ਕਿ ਨਹੀਂ। ਇਹ 2 ਹੀ ਹਵਾਲੇ ਮੇਰਾ ਖਿਆਲ ਹੈ ਇਤਨਾ ਹੀ ਕਾਫੀ, ਥੋੜਾ ਟਾਈਮ। ਆਸਮਾ ਜੀ ਤੁਸੀਂ ਜਵਾਬ ਦੇਣਾ ਚਾਹੋਗੇ? ਜਾਂ ਮਤਲਬ ਮੈਂ ਵਾਕਈ ਇਹ ਸੋਚ ਰਹੀ ਹਾਂ ਕਿ ਬਹੁਤ ਜ਼ਰੂਰੀ ਹੈ ਕਿ ਸਾਡੀ ਸਾਰਿਆਂ ਦੀ ਖੁੱਲ ਡੁੱਲ ਕੇ ਗੱਲਬਾਤ ਹੋਵੇ ਇਸ ਮੌਜੂ ਤੇ। ਔਰ ਸਮੀਨਾ ਦੇ ਮਤਲਬ ਬਹੁਤ ਸਾਰੇ ਲੈਂਗੁਏਜ ਦਾ ਵੀ ਸਵਾਲ ਹੈ, ਜੈਂਡਰ ਦਾ ਵੀ ਸਵਾਲ ਹੈ, ਵੂਮਨ ਐਮਪਾਵਰਮੈਂਟ ਦੀ ਵੀ ਸਵਾਲ ਹੈ, ਯਾਨੀ ਕਾਫੀ ਕੰਪਲੈਕਸ ਹੈਗਾ। ਤੇ ਹੋਰ ਵੀ ਜਿਹੜੇ ਸਾਥੀ ਇੱਥੇ ਬੈਠੇ ਹੋਏ ਨੇ ਉਹਨਾਂ ਦੇ ਵੀ ਬਹੁਤ ਸਾਰੇ ਸਵਾਲਾਤ ਹੋਣਗੇ। ਤੁਸੀਂ ਇੱਕ ਤੇ ਹੋ ਸਕਦਾ ਕਿ, ਔਰ ਮੈਨੂੰ ਪਤਾ ਹੈ ਕਿ ਤੁਸੀਂ, ਤੁਹਾਡਾ ਬੇਟਾ ਤੁਹਾਡੇ ਕੋਲ ਹੈ, ਉਹਦੇ ਨਾਲ ਤੁਸੀਂ ਤੈਅ ਕੀਤਾ ਹੋਏਗਾ ਕਿ ਮੈਂ 10 ਤੋਂ 12 ਤੇ ਹੀ ਬਿਜ਼ੀ ਹਾਂ, ਔਰ ਉਹਦਾ ਵੀ ਟਾਈਮ ਤੁਸੀਂ ਦੇਣਾ ਹੈ। ਇਸ ਤਰ੍ਹਾਂ ਕਿਆ ਹੋ ਸਕਦਾ ਹੈ ਕਿ ਅਸੀਂ ਇੱਕ ਹੋਰ ਪ੍ਰੋਗਰਾਮ ਕਰੀਏ, ਬੇਸ਼ੱਕ ਅਗਲੇ ਹੀ ਹਫਤੇ ਰੱਖੀਏ ਅਗਲਾ ਪਾਰਟ ਇਹਦਾ,
ਔਰ ਉਹਦੇ ਵਿੱਚ ਅਸੀਂ ਖੁੱਲ ਡੁੱਲ ਕੇ ਗੱਲਬਾਤ ਕਰੀਏ ਜਿਹੜੀਆਂ ਰਹਿ ਗਈਆਂ, ਕਿਉਂਕਿ ਕੁਝ ਲੋਕਾਂ ਨੇ ਕਾਫੀ ਚੀਜ਼ਾਂ ਤਿਆਰ ਕੀਤੀਆਂ ਸਨ ਜਿਹੜੀਆਂ ਅੱਜ ਨਹੀਂ ਹੋ ਸਕੀਆਂ ਟਾਈਮ ਦੀ ਵਜ੍ਹਾ ਤੋਂ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ, ਜਾਂ ਤੁਸੀਂ ਚਾਹੋਗੇ ਕਿ ਤੁਸੀਂ ਇਹਨਾਂ ਦਾ ਜਵਾਬ ਦੇ ਦਿਓ ਔਰ ਫਿਰ ਅਗਲੇ ਹਫਤੇ ਅਸੀਂ ਆਪਸ ਦੇ ਵਿੱਚ ਗੱਲਬਾਤ ਕਰੀਏ, ਕਿਉਂਕਿ ਤੁਹਾਡਾ ਟਾਈਮ ਵੀ ਬਹੁਤ ਕੀਮਤੀ ਹੈ। ਹਾਂਜੀ ਜੀ ਨੁਜ਼ਰ ਜੀ, ਉਹ ਗੱਲ ਠੀਕ ਹੈ। ਤੁਸੀਂ ਅਗਲੇ ਹਫਤੇ ਸੈਸ਼ਨ ਜਿਹੜਾ ਰੱਖੋਗੇ, ਜਿਹੜਾ ਤੁਹਾਡਾ ਆਪਣਾ ਗਰੁੱਪ ਦਾ ਹੁੰਦਾ ਹੈ, ਅਸੀਂ ਉਸੇ ਨੂੰ ਜੁਆਇਨ ਕਰ ਲਾਂਗੇ, ਕੋਈ ਮਸਲਾ ਨਹੀਂ ਹੈ। ਕਿਉਂਕਿ ਇਹ ਸਿਰਫ ਜਿਸ ਵਕਤ ਅਸੀਂ ਜ਼ਿਆਦਾ ਬੋਲਣਾ ਹੁੰਦਾ ਫਿਰ ਥੋੜਾ ਜਿੰਨਾ ਇਸ਼ੂ ਹੁੰਦਾ ਕਿ ਟੀਵੀ ਥੋੜਾ ਬੰਦ ਹੋਏ, ਕਿਉਂਕਿ ਸਾਡਾ ਘਰ ਇੰਨਾ ਹੀ ਹੈ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ, ਨਜ਼ਰ ਨੂੰ ਪਤਾ ਹੈ। ਤੇ ਬੇਟੇ ਦਾ ਹੋਰ ਕੋਈ ਇਸ਼ੂ ਨਹੀਂ ਹੈ, ਸਿਰਫ ਉਹਦਾ ਟੀਵੀ ਚੱਲਦਾ ਰਹੇ ਨਾ, ਫਿਰ ਕੋਈ ਰੌਲਾ ਨਹੀਂ ਉਹਨੂੰ ਹੁੰਦਾ। ਤੇ ਹੁਣ ਤੇ ਉਹ ਬਾਹਰ ਖੇਲਣ ਚਲੇ ਗਏ ਨੇ। ਅਸੀਂ ਇਹ ਚਾਹ ਰਹੇ ਹਾਂ ਕਿ ਇੰਨੀ ਦੇਰ ਬੈਠ ਕੇ ਸਭ ਨੇ ਸੁਣਿਆ ਹੈ ਤੇ ਬਾਕੀ ਸਭ ਨੇ ਗੱਲਬਾਤ ਕਰ ਲਈਏ, ਲੇਕਿਨ ਲਾਇਕਾ ਜੀ ਨੇ ਕੋਈ ਗੱਲ ਨਹੀਂ ਕੀਤੀ ਅਜੇ, ਉਹਨਾਂ ਨਾਲ ਵੀ ਗੱਲ ਕਰ ਲਈਏ ਔਰ ਇਹਨਾਂ ਦੇ ਸਵਾਲ ਦਾ ਅਸੀਂ ਮੁਖਤਸਰ ਜਿਹਾ ਜਵਾਬ ਦੇ ਦਿੰਨੇ ਆ। ਬਾਕੀ ਡਿਸਕਸ਼ਨ ਫਿਰ ਅਸੀਂ ਅਗਲੇ ਹਫਤੇ ਵੀ ਕਰ ਲਾਂਗੇ। ਤੁਸੀਂ ਪਹਿਲੀ ਚੀਜ਼ ਜਿਹੜੀ ਪੁੱਛੀ ਜੀ ਉਹ ਹੈ ਕਿ ਪੰਜਾਬੀ ਜ਼ੁਬਾਨ ਦੇ ਬਾਰੇ ਕੀ ਸੋਚ ਹੈ। ਜਿਹੜਾ ਸੱਚ ਔਰ ਅਸਲ ਜਵਾਬ ਹੀ ਉਹ ਹੈ ਕਿ ਪੰਜਾਬੀ ਜ਼ੁਬਾਨ ਦੇ ਬਾਰੇ ਕਿਸੇ ਦੀ ਕੋਈ ਸੋਚ ਨਹੀਂ। ਕੋਈ ਪੰਜਾਬੀ ਪੜ੍ਹਨਾ ਨਹੀਂ ਚਾਹੁੰਦਾ, ਕੋਈ ਪੰਜਾਬੀ ਬੋਲਣਾ ਨਹੀਂ ਚਾਹੁੰਦਾ। ਜਿਹਦਾ ਕਿਸੇ ਜਗ੍ਹਾ ਤੇ ਐਡਮਿਸ਼ਨ ਨਹੀਂ ਹੁੰਦਾ ਉਹ ਪੰਜਾਬੀ ਚ ਆ ਜਾਂਦਾ। ਤੇ ਜਿਹੜਾ ਪੜ੍ਹਨ ਲਈ ਆਂਦਾ ਉਹਦੇ ਨਾਲ ਕੀ ਹੁੰਦੀ ਏ, ਉਹ ਤੁਹਾਡੇ ਕੋਲ ਇੱਥੇ ਹੀ ਗਰੁੱਪ ਵਿੱਚ ਫੌਜ਼ੀਆ ਇਸਹਾਕ ਬੈਠੇ ਨੇ, ਇਹ ਆਪਣੀ ਕਹਾਣੀ ਸੁਣਾਉਣਗੇ। ਬੇਸ਼ੱਕ ਅਸੀਂ ਅਗਲੇ ਸੈਸ਼ਨ ਚ ਰੱਖ ਲਈਏ, ਠੀਕ ਹੈ ਜੀ। ਦੂਸਰਾ ਤੁਹਾਡਾ ਸਵਾਲ ਹੈ ਕਿ ਜੈਂਡਰ ਦੇ ਬਾਰੇ। ਜੈਂਡਰ ਦੇ ਬਾਰੇ ਇਹ ਜੇ ਕਿ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਸੋਸ਼ਲ ਮੀਡੀਆ ਨੇ ਵਕਤ ਤੋਂ ਪਹਿਲੇ ਜੋ ਅਵੇਅਰਨੈਸ ਦੇਣੀ ਸ਼ੁਰੂ ਕੀਤੀ ਹੋਈ ਹੈ ਔਰ ਘਰਾਂ ਦੇ ਵਿੱਚ ਹੁਣ ਮਾਂ-ਬਾਪ ਵੀ ਸੋਸ਼ਲ ਮੀਡੀਆ ਦੇ ਨਾਲ ਕਿਉਂਕਿ ਅਟੈਚ ਹੋ ਗਏ ਨੇ, ਤੇ ਜਿਹੜਾ ਸਾਡੀ ਨਵੀਂ ਜਨਰੇਸ਼ਨ ਨੂੰ ਥੋੜਾ ਟਾਈਮ ਮਿਲਦਾ ਸੀ ਪੇਰੈਂਟਸ ਤੋਂ, ਹੁਣ ਉਹ ਵੀ ਨਹੀਂ ਮਿਲਦਾ। ਉਹਦਾ ਰਿਜ਼ਲਟ ਉਹਨਾਂ ਦੇ ਕੋਲ ਜੈਂਡਰ ਵੰਡ ਮੁੱਕੀ ਹੈ ਜਾਂ ਨਹੀਂ ਮੁੱਕੀ, ਪਰ ਖੁੱਲ ਬਹੁਤ ਹੈ ਹੁਣ ਉਹਨਾਂ ਕੋਲ। ਜਿਹੜਾ ਘਰ ਇੱਕ PTCL ਫੋਨ ਹੁੰਦਾ ਸੀ ਨਾ, ਲੈਂਡਲਾਈਨ ਨੰਬਰ ਜਿਹੜਾ ਹੁੰਦਾ ਸੀ, ਉਹਦੇ ਉੱਤੇ ਫੋਨ ਆਂਦਾ ਸੀ, ਸਾਰੇ ਘਰ ਨੂੰ ਪਤਾ ਹੁੰਦਾ ਸੀ ਕਿੱਦਾਂ ਫੋਨ ਆਇਆ। ਹੁਣ ਕਿਹਨੂੰ ਕਿੱਦਾਂ ਫੋਨ ਆ ਰਿਹਾ, ਕੌਣ ਕੀ ਗੱਲ ਕਰ ਰਿਹਾ, ਨਹੀਂ ਪਤਾ। ਬਾਕੀ ਨਵੀਂ ਜਨਰੇਸ਼ਨ ਦੀ ਤਰਬੀਅਤ ਲਈ ਸਾਡੀ ਵੱਡੀ ਜਨਰੇਸ਼ਨ ਦੀ ਤਰਬੀਅਤ ਹੋਣੀ ਜ਼ਰੂਰੀ ਸੀ। ਜਿੱਥੇ ਜਿੱਥੇ ਹੋਈ ਹੈ ਉਹ ਬੱਚੇ ਯੂਨੀਵਰਸਿਟੀ ਆ ਕੇ ਵੀ तमाम ਮਾਮਲਾਤ ਦੇ ਵਿੱਚ ਧਿਆਨ ਰੱਖਦੇ ਨੇ ਹਰ ਚੀਜ਼ ਦਾ। ਉਹਨਾਂ ਨੂੰ ਪਤਾ ਹੈ ਕਿ ਅਸੀਂ ਫੀਮੇਲ ਦੀ ਰਿਸਪੈਕਟ ਕਰਨੀ ਹੈ, ਅਸੀਂ ਮੇਲ ਕਲਾਸ ਵੱਲੋਂ ਅਸੀਂ ਕਿਸ ਤਰ੍ਹਾਂ ਬਿਹੇਵ ਕਰਨਾ ਹੈ, ਬਾਹਰ ਦਾ ਕੋਈ ਕੰਮ ਹੈ ਤੇ ਅਸੀਂ ਕਿਸ ਤਰ੍ਹਾਂ ਕਰਨਾ ਹੈ। ਲੇਕਿਨ ਜਿਹੜੇ ਟਾਈਮ ਪਾਸ ਕਰਨ ਆਏ ਨੇ ਔਰ ਸੈਰੋ ਤਫਰੀਹ ਲਈ ਆਏ ਨੇ, ਉਹ ਆ ਕੇ ਉਹ ਸਾਰੇ ਮਾਹੌਲ ਨੂੰ ਹੋਰ ਗੰਦਾ ਕਰਦੇ ਨੇ। ਸੋ ਦੋਨੋਂ ਚੀਜ਼ਾਂ ਸਾਡੇ ਕੋਲ ਐਟ ਏ ਟਾਈਮ ਮੌਜੂਦ ਨੇ। ਤੇ ਏਜ ਗਰੁੱਪ ਸਾਡੇ ਕੋਲ 20 ਤੋਂ ਸ਼ੁਰੂ ਕਰਕੇ ਤੇ ਯੂਨੀਵਰਸਿਟੀ ਦੇ ਅੰਦਰ ਕਿਉਂਕਿ MPhil ਔਰ PhD ਦੇ ਵੀ ਸਟੂਡੈਂਟਸ ਨੇ ਤੇ 50 ਤੱਕ ਜਾਂਦਾ ਹੈ। ਔਰ ਜੈਂਡਰ ਦੇ ਮਸਾਇਲ 20 ਤੋਂ 50 ਦੇ ਦਰਮਿਆਨ ਸੇਮ ਨੇ। ਸੌਰੀ, लेकिन ये रियलिटी है। मैं गलत जवाब नहीं देना चाहती, मेरी मजबूरी है कि मैं झूठ नहीं बोलना कि मैं कहा जी नहीं नहीं बड़ा अच्छा माहौल है और सब बहुत अच्छा है। नहीं, गल रियलिटी दी ही होनी चाहिए। मैं रियलिटी दी गल है कि तुसी इस पोजीशन ते हो कि नॉट जस्ट बीइंग अ वुमन बट एज अ टीचर तुसी देख रहे होंदे हो किस तरह हर साल तुहाडी खेप आ रही होंदी है और तुसी असेस कर सकदे हो ओवर द ईयर उन्हां च किस तरह दी इंप्रूवमेंट या डिटीरियरेशन हो रही है, तुसी देख सकते हो। ਹੁਣ ਇਸ ਲੈਵਲ ਤੇ ਆ ਕੇ ਜਿੱਥੇ ਕਿ ਉਹ ਐਡਲਟਸ ਨੇ, ਜ਼ਾਹਿਰ ਹੈ ਉਹਨਾਂ ਦੀਆਂ ਪਰਸਨੈਲਿਟੀਜ਼ ਬਿਲਡ ਹੋ ਚੁੱਕੀਆਂ ਨੇ, ਤੁਸੀਂ ਉਹਨਾਂ ਨੂੰ I don't know how many people are prepared ਕਿ ਉਹ ਤੁਹਾਡੇ ਕੋਲ ਕੁਝ ਸਿੱਖਣ ਆਪਣੇ ਕਰੈਕਟਰ ਬਿਲਡਿੰਗ ਲਈ। ਕੁਝ ਲੋਕ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਪਿੱਛੇ ਅੱਛਾ ਮਾਹੌਲ ਨਹੀਂ ਮਿਲਿਆ ਲੇਕਿਨ ਉਹ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਨੇ। ਕੋਈ ਸ਼ਾਇਦ ਸੋਚ ਤੋਂ ਇੱਕ ਹੁੰਦਾ ਹੈ। ਉਹ ਮਿਸਾਲਾਂ ਮੌਜੂਦ ਨੇ, ਉਹਦੀਆਂ ਇੰਨੀਆਂ ਕਿ ਮਿਸਾਲਾਂ ਮੌਜੂਦ ਨੇ ਕਿ ਨਜਮ ਸਾਹਿਬ ਹਮੇਸ਼ਾ ਸਾਨੂੰ ਕਹਿੰਦੇ ਨੇ ਕਿ ਇਹ ਸਭ ਚੀਜ਼ਾਂ ਲਿਖੋ। ਗੱਲ ਫਿਰ ਉਹ ਆ ਜਾਂਦੀ ਹੈ ਕਿ ਇਕੱਲਾ ਬੰਦਾ ਕਿੰਨਾ ਕੁਝ ਲਿਖੇਗਾ। ਅਸੀਂ ਤੁਹਾਨੂੰ ਇੰਨੀਆਂ ਬੱਚੀਆਂ ਦੀ ਮਿਸਾਲ ਦੇ ਸਕਦੇ ਹਾਂ ਨਾ ਕਿ ਜਿਨ੍ਹਾਂ ਨੂੰ ਅਸੀਂ ਸਮਝੋ ਕਿ ਇੱਕ ਸੁਸਾਈਡਲ ਪੋਜੀਸ਼ਨ ਤੇ ਇੱਕ ਬੱਚੀ ਖੜੀ ਹੈ ਤੇ ਉੱਥੋਂ ਉਹ ਰਿਟਰਨ ਹੋਈ ਔਰ ਅੱਜ ਉਹ ਕਾਮਯਾਬ ਜ਼ਿੰਦਗੀ ਗੁਜ਼ਾਰ ਰਹੀ।
ਔਰ ਇਹ ਕੋਈ ਇੱਕ ਕਹਾਣੀ ਨਹੀਂ ਹੈ, ਬੇਸ਼ੁਮਾਰ ਕਹਾਣੀਆਂ ਨੇ, ਔਰ ਇਹਨਾਂ ਕਹਾਣੀਆਂ ਦੇ ਗਵਾਹ ਨੇ ਜਿਹੜੇ ਉਹ ਵੀ ਸਾਰੇ ਇੱਥੇ ਮੌਜੂਦ ਹੀ ਨੇ, ਇੱਥੇ ਟੁਰੇ ਫਿਰਦੇ ਨੇ ਸਾਰੇ। ਫੌਜ਼ੀਆ ਐਸਨ ਨੇ ਜਿਹੜੇ ਇਹ 99 ਸਾਡੀ ਜੌਬ ਦੇ ਪਹਿਲੇ ਸੈਸ਼ਨ ਵਿੱਚ ਸਾਡੇ ਫਸਟ ਈਅਰ ਦੇ ਸਟੂਡੈਂਟ ਸਨ। ਰੁਖਸਾਨਾ ਬਲੋਚ ਸਾਡੇ 3rd ਈਅਰ 4th ਈਅਰ ਦੇ ਸਟੂਡੈਂਟ ਸਨ ਜਾਂ 3rd ਈਅਰ ਦੇ 99 ਵਿੱਚ। ਫੌਜ਼ੀਆ ਇਸਹਾਕ ਦਾ ਸੈਸ਼ਨ ਮੇਰਾ ਖਿਆਲ ਹੈ 2004-5 ਦਾ ਸੀ। ਮਿਸਬਾ ਨੂਰੀਨ 95 ਤੋਂ ਸਾਡੀ ਕਲਾਸ ਫੈਲੋ ਨੇ, ਔਰ ਹੁਣ ਇਹ MA ਕਰ ਰਹੇ ਨੇ, ਆਪਣਾ MPhil ਕਰ ਰਹੇ ਨੇ ਸਾਡੇ ਕੋਲ। ਵਾਓ। ਤੇ ਬਸੀਰਤ ਸਾਡੇ ਕੋਲ ਹੁਣ ਆਏ ਨੇ ਜਿਨ੍ਹਾਂ ਨੇ ਸਾਰਾ ਆਪਣਾ ਪ੍ਰਾਈਵੇਟ ਪੜ੍ਹਿਆ ਔਰ ਹੁਣ ਇਹਨਾਂ ਨੇ ਰੈਗੂਲਰ ਯੂਨੀਵਰਸਿਟੀ ਜੁਆਇਨ ਕੀਤੀ ਹੈ। ਇਹਨਾਂ ਦੀ ਐਕਸਪੀਰੀਅੰਸ ਨੂੰ ਵੀ ਸ਼ੇਅਰ ਹੋਣ ਦੀ ਜ਼ਰੂਰਤ ਹੈ ਕਿ ਇਹਨਾਂ ਨੇ ਆ ਕੇ ਕੀ ਐਕਸਪੀਰੀਅੰਸ ਕੀਤਾ। ਇਹ ਹੈਰਾਨ ਹੋ ਗਏ ਨੇ ਕਿ ਇਹਨੂੰ ਯੂਨੀਵਰਸਿਟੀ ਕਹੀਦਾ। ਮੈਂ ਤੇ ਪਤਾ ਨਹੀਂ ਕੀ ਸੋਚ ਕੇ ਆਈ ਸੀ। ਔਰ ਇਹ ਐਕਸਪੀਰੀਅੰਸ ਸਿਰਫ ਔਰਤਾਂ ਦੇ ਨਹੀਂ, ਕੁਝ ਮੇਲ ਸਟੂਡੈਂਟ ਵੀ ਐਸੇ ਨੇ ਜਿਹੜੇ ਐਨੇ ਇਨੋਸੈਂਟ ਨੇ ਔਰ ਪੜਨ ਦਾ ਸ਼ੌਕ ਹੀ ਔਰ ਉਹ ਡਿਪਾਰਟਮੈਂਟ ਆਏ ਨੇ, ਲੇਕਿਨ ਉਹੀ ਪੋਲਿਟਿਕਸ ਔਰ ਉਹੀ ਸਾਰਾ ਬੈਡ ਕਲਚਰ ਹੈ ਜਿਹੜਾ ਉਹਨੇ ਉਹਨਾਂ ਨੂੰ ਪੜ੍ਹਾਈ ਚੋਂ ਹੀ ਬਾਹਰ ਕਰ ਦਿੱਤਾ। ਅਸਮਾ ਜੀ, ਬਹੁਤ ਸੋਹਣੀ ਤੁਸੀਂ ਬਸੀਰਤ ਦੀ ਗੱਲ ਕਰ ਰਹੇ ਹੋ। ਬਸੀਰਤ ਨੇ ਕੁਝ ਟਾਈਮ ਪਹਿਲੇ ਹੱਥ ਖੜਾ ਕੀਤਾ ਸੀ, ਹੁਣ ਉਹਨੇ ਨਹੀਂ ਕਰ ਰਹੇ। ਅਗਰ ਬਸੀਰਤ ਹੈ ਨੇ ਬੈਠੇ ਤੇ ਤੁਹਾਡੇ ਦਿਲ 'ਚ ਕੋਈ ਗੱਲ ਹੈ ਤੇ ਕਰੋ ਪਲੀਜ਼। ਅਸੀਂ ਬਸੀਰਤ ਤੇ ਇੱਥੇ ਹੀ ਨੇ, ਕਰ ਲੈਣਗੇ ਗੱਲ। ਬਸੀਰਤ, अस्सलाम वालेकुम। ਜੀ ਵਾਲੇकुम सलाम। ਕੁਛ ਨਹੀਂ ਮੈਮ ਦਾ ਸੁਣ ਰਹੀ ਸੀ, ਹੱਥ ਖੜਾ ਕੀਤਾ ਸੀ, ਮੈਮ ਨੇ ਆਪ ਹੀ ਜਵਾਬ ਦੇ ਦਿੱਤਾ ਉਸ ਸਵਾਲ ਦਾ ਜਿਹੜਾ ਮੈਂ ਪੁੱਛਣਾ ਸੀ। ਇਸ ਲਈ ਜ਼ਰੂਰਤ ਨਹੀਂ ਪੇਸ਼ ਆਈ ਸਵਾਲ ਪੁੱਛਣ ਦੀ। ਹਾਂ, ਲੇਕਿਨ ਮੇਰਾ ਸੀ ਕਿ ਤੁਸੀਂ ਇਹ ਨਾ ਸੋਚਣਾ ਕਿ ਵੀ ਮੈਂ ਇਗਨੋਰ ਕੀਤਾ। ਮੈਨੂੰ ਪਤਾ ਹੈ ਕਿ ਨਹੀਂ ਨਹੀਂ, ਹਾਂਜੀ, ਐਸੀ ਕੋਈ ਗੱਲ ਨਹੀਂ। ਠੀਕ ਹੈ, ਠੀਕ ਹੈ। ਲਾਇਕਾ ਜੀ ਨੇ ਗੱਲ ਨਹੀਂ की। जी लाइका, तुसी कोई गल करना चाहते हो? और फिर मुबसरा और निमरा, मुख्तसर क्योंकि टाइम गुजर चुका है। लेकिन असी ये भी चाहते हैं कि जिस तरह वाकई साडा दिल है कि महफल जिहड़ी है ना इंज ही चलती रहे, सो असी ज्यादा टाइम नहीं लगावांगे। प्लीज लाइका तुसी गल करो। सब तो पहले तो मैं आसमा जी का बहुत बहुत शुक्रिया कहना चाहवांगी कि टाइम का पता ही नहीं चलिया। इन्नी ग्रिपिंग गुफ्तगू सी उन्हां दी और बहुत कुछ नई गल्लां सीखण मिलिया उन्हां कोलों। तो बहुत ही गहरियां गल्लां ते थैंक यू वेरी मच, तुहाडा बहुत बहुत शुक्रिया। दूसरी गल है कि मैं सब नूं सुन रही सां कि असीं अपने तौर ते सारे कोशिश करदे ने कि अपने घर दा माहौल ठीक करिए या लड़कियां नूं इस तरह दी एजुकेशन दईए या मर्दां नूं इक्वालिटी दा थोड़ा सारा समझा दिए। लेकिन प्रॉब्लम ते साडी पैट्रियार्की दा है ना, मतलब कि पावर ऑफ द फादर। ਜਦੋਂ ਤੱਕ ਉਹ ਚੇਂਜ ਨਹੀਂ ਹੋਏਗਾ ਤਾਂ ਉਦੋਂ ਤੱਕ ਛੋਟੀ ਛੋਟੀ ਚੇਂਜ ਇਟਸ ਇੰਪੋਰਟੈਂਟ, ਲੇਕਿਨ ਛੋਟੀ ਛੋਟੀ ਚੇਂਜ ਬਹੁਤ ਬੜੀ ਇਮੋਸ਼ਨ ਨੂੰ ਚੇਂਜ ਕਰਨ ਵਾਸਤੇ ਪੈਟਰੀਆਰਕੀਅਲ ਸਟਰਕਚਰਸ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਮੇਰੇ ਖਿਆਲ ਵਿੱਚ। ਉਹ ਕਿਸ ਤਰ੍ਹਾਂ ਹੋਏਗਾ ਇਹ ਫਿਰ ਆਈ ਡੋਨਟ ਨੋ ਕਿ ਹਾਊ ਦੈਟਸ ਗੋਇੰਗ ਟੂ ਹੈਪਨ। हाँ ठीक, ਉਹ ਇੰਜ ਹੀ ਚੇਂਜ ਹੋਏਗਾ। ਪਹਿਲੇ ਸਵਾਲ ਬਣਦਾ ਹੈ, ਫਿਰ ਸਵਾਲ ਦਾ ਜਵਾਬ ਲੱਭਿਆ ਜਾਂਦਾ। ਹਾਂਜੀ, ਅੱਜ ਤੋਂ ਬਹੁਤ ਪਿੱਛੇ ਚਲੇ ਜਾਓ ਤੇ ਇਹ ਸਵਾਲ ਵੀ ਮੌਜੂਦ ਨਹੀਂ ਸੀ। ਥੋੜਾ ਜਿਹਾ ਸੋਚੋ ਕਿ ਕੀ ਸਾਡੀਆਂ ਮਾਵਾਂ ਨੇ ਇਹ ਸਵਾਲ ਕੀਤਾ ਜਾਂ ਉਹਨਾਂ ਦੀਆਂ ਮਾਵਾਂ ਨੇ ਇਹ ਸਵਾਲ ਕੀਤਾ। ਹੁਣ ਇਸ ਜਨਰੇਸ਼ਨ ਵਿੱਚ ਇਹ ਸਵਾਲ ਆਏ ਨੇ ਨਾ ਤੇ ਜਵਾਬ ਵੀ ਆ ਰਹੇ ਨੇ। ਤੇ ਜਦੋਂ ਬਦਲਣ ਤੇ ਆ ਜਾਂਦਾ ਨਾ ਤੇ ਕੋਈ ਮੁਸ਼ਕਿਲ ਨਹੀਂ ਹੈ, ਬਦਲਿਆ ਜਾਂਦਾ। ਇੱਕ ਔਰਤ ਨੂੰ ਬਦਲਣ ਦੇ ਨਾਲ ਪੂਰਾ ਘਰ ਬਦਲ ਜਾਂਦਾ वाह। ਔਰ ਇੱਕ ਘਰ ਦੇ ਬਦਲਣ ਦੇ ਨਾਲ ਸਮਾਜ ਬਦਲਣਾ ਸ਼ੁਰੂ ਹੋ ਜਾਂਦਾ। ਤੇ ਅਸੀਂ ਆਪਣੀ ਜਗ੍ਹਾ ਤੇ ਜੋ ਥੋੜੀ ਥੋੜੀ ਕੋਸ਼ਿਸ਼ ਕਰ ਰਹੇ ਹਾਂ, ਇਹੀ ਵੱਡੀ ਕੋਸ਼ਿਸ਼ ਬਣ ਜਾਣੀ ਔਰ ਇਸੇ ਨੇ ਹੀ ਵੱਡੀ ਤਬਦੀਲੀ ਲੈ ਕੇ ਆਣੀ। ਅਸੀਂ ਬਿਲਕੁਲ ਵੀ ਨਾ ਉਮੀਦ ਨਹੀਂ ਹੈ। नहीं ना उम्मीद नहीं, मतलब कि एक बहुत बड़ा सवाल है कि को किस तरह, मतलब औरतों एजुकेशन की बहुत ज्यादा जरूरत है। औरतों का माइंडसेट चेंज करने की बहुत जरूरत है। जिस सास बहू का रोल है वो चेंज करने की बहुत जरूरत है। उन्होंने सोचने की बहुत जरूरत है कि ਅਸੀਂ ਸਦੀਆਂ ਤੋਂ ਉਹੀ ਕੈਰੀ ਔਨ ਕਰ ਰਹੇ ਆ। ਹਰ ਸੱਸ ਆਪਣੀ ਬਹੂ ਨਾਲ ਉਹੀ ਕੁਝ ਕਰਦੀ ਜਦੋਂ ਹੋਇਆ ਸੀ। ਉਸ ਪੈਟਰਨ ਨੂੰ ਤੋੜਨ ਦੀ ਜ਼ਰੂਰਤ ਹੈ ਮੇਰੇ ਖਿਆਲ। ਪਰ ਉਹ ਵੀ ਤੁਸੀਂ ਅਗਰ ਦੇਖੋ ਤੇ ਕੁਝ ਜਗ੍ਹਾ ਤੇ ਤਬਦੀਲੀ ਆ ਰਹੀ ਹੈ। ਜਿਸ ਤਰ੍ਹਾਂ ਅਸੀਂ ਅਗਰ 4 ਬੰਦੇ ਵੀ ਬਦਲੇ ਨੇ ਨਾ ਤੇ ਸਮਝੋ ਕਿ 4 ਘਰ ਬਦਲੇ ਨੇ। बिल्कुल बिल्कुल बिल्कुल। ਤੇ ਉਹਨਾਂ 4 ਘਰਾਂ ਦੇ ਵਿੱਚ ਰਹਿਣ ਵਾਲੇ
ਅੱਗੋਂ ਕਿੰਨੇ ਲੋਕਾਂ ਨੂੰ ਬਦਲ ਸਕਦੇ ਨੇ ਵਾਹ ਤੇ ਬਦਲਿਆ ਜਾਏਗਾ। ਇਹ ਸੰਗਤਾਂ ਜ਼ਰੂਰੀ ਨੇ। ਪਹਿਲੇ ਆਤਨ ਦਾ ਸਿਸਟਮ ਸੀ ਸਾਡੇ ਕੋਲ ਕਿ ਔਰਤਾਂ ਆਤਨ ਦੇ ਵਿੱਚ ਇਕੱਠੀਆਂ ਬਹਿੰਦੀਆਂ ਸਨ, ਚਰਖਾ ਕੱਤਦੀਆਂ ਸਨ, ਕਢਾਈ ਕਰਦੀਆਂ ਸਨ, ਦੁੱਖ ਸੁੱਖ ਕਰਦੀਆਂ ਸਨ। ਆਤਨ ਉਹਦੇ ਵਿੱਚ ਤ੍ਰਿੰਜਨ ਤ੍ਰਿੰਜਨ, ਹਾਂਜੀ, ਇੱਕ ਲਰਨਿੰਗ ਵੀ ਹੁੰਦੀ ਸੀ। ਸਾਡੇ ਕੋਲ ਹੁਣ ਉਹ ਕਲਚਰ ਖਤਮ ਹੋ ਗਿਆ। ਉਹ ਬਹੁਤ ਜ਼ਰੂਰੀ ਸੀ। ਇਹ ਉਹੀ ਹੈ ਜਿਹੜਾ ਬੈਠਕ ਔਰ ਚੌਪਾਲ ਦਾ ਸਿਸਟਮ ਸੀ ਮਰਦਾਂ ਲਈ, ਤੇ ਔਰਤਾਂ ਲਈ ਉਹ ਆਤਨ ਔਰ ਤ੍ਰਿੰਜਨ ਸੀ। ਕਿਉਂਕਿ ਵੱਡਿਆਂ ਦੇ ਕੋਲ ਛੋਟਿਆਂ ਦਾ ਬਹਿਣਾ ਔਰ ਸਿੱਖਣਾ ਬਹੁਤ ਜ਼ਰੂਰੀ ਹੈ। ਫਿਰ ਉਹ ਇਨਡਾਇਰੈਕਟ ਲਰਨਿੰਗ ਹੁੰਦੀ ਹੈ ਜਿਹੜੀ ਅਸੀਂ ਬਿਲਕੁਲ, ਉਹ ਤੇ ਲਾਜ਼ਵਾਲ ਲਰਨਿੰਗ ਹੈ ਤੁਹਾਡੀ, ਲਾਜ਼ਵਾਲ ਲਰਨਿੰਗ ਹੁੰਦੀ ਹੈ। ਹੁਣ ਜੋ ਅਸੀਂ ਲਰਨਿੰਗ ਦੀ ਔਰ ਪੜ੍ਹਾਈ ਦੀ ਗੱਲ ਕਰ ਰਹੇ ਹਾਂ ਨਾ, ਔਰਤ ਦੀ ਸਪੈਸੀਫਿਕ, ਉਹਨੂੰ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸਕੂਲ ਕਾਲਜ ਹੀ ਪੜ੍ਹਾਓਗੇ ਤੇ ਉਹ ਪੜ੍ਹੇਗੀ। ਉਹ ਜਿਹੜੀ ਇਕੱਠਿਆਂ ਬੈਠਣਾ ਸੰਗਤ ਵਿੱਚ ਹੈ ਨਾ, ਉਹ ਵੀ ਸਿਖਾਉਂਦਾ ਹੈ। ਹੁਣ ਅਸੀਂ ਬਹੁਤ, ਸਾਡੇ ਵਿੱਚੋਂ ਸਭ ਦਾ ਏਜ ਗਰੁੱਪ ਫਰਕ ਹੈ ਤੇ ਸਾਡੇ ਚੋਂ ਕੁਝ ਲੋਕ ਐਸੇ ਨੇ ਜਿਹੜੇ ਬਿਲਕੁਲ ਨਵੇਂ ਨੇ। ਹੁਣ ਸਾਡੀ ਗੱਲਬਾਤ ਤੋਂ ਉਹ ਨਵਿਆਂ ਨੂੰ ਬਹੁਤ ਕੁਝ ਟ੍ਰਾਂਸਫਰ ਹੋ ਰਿਹਾ ਹੈ। ਬਿਲਕੁਲ, ਤੇ ਇਹੀ ਤਰੀਕੇਕਾਰ ਹੈ ਔਰ ਇਹੀ ਪਹਿਲਾ ਕਦਮ ਹੈ। ਤੇ ਨੁਜ਼ਰਤ ਨੇ ਸ਼ੁਰੂ ਕੀਤਾ ਹੋਇਆ। ਨੁਜ਼ਰਤ ਨੂੰ ਅੱਲਾ ਹਿੰਮਤ ਦੇਵੇ, ਤੁਸੀਂ ਸਭ ਨਾਲ ਹੋ ਔਰ ਇਹ ਚੱਲਦਾ ਰਵੇ। ਇਸ ਤ੍ਰਿੰਜਨ ਚੱਲਦਾ ਰਹੇਗਾ ਜੀ। ਤੇ ਤੁਸੀਂ ਬਿਲਕੁਲ। ਆਉਂਦੇ ਰਹੋਗੇ। ਮੈਂ ਕੌਨਸ਼ੀਅਸ ਹਾਂ ਅਗੇਨ ਟਾਈਮ ਦੇ ਬਾਰੇ। ਮੁਬਸਰਾ ਨੇ ਹੱਥ ਚੁੱਕਿਆ ਹੋਇਆ ਹੈ ਔਰ ਬਿਲਕੁਲ ਨਿਮਰਾ ਨੇ। ਲਓ ਜੀ ਮੁਬਸਰਾ, ਤੁਸੀਂ ਗੱਲ ਕਰੋ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਇਹ ਟਾਈਮ ਅਸੀਂ ਇਸ ਤਰ੍ਹਾਂ ਫੰਕਸ਼ਨ ਖਤਮ ਕਰੀਏ ਕਿ ਕੁਝ ਲੋਕ ਲੈ ਜਾਣ ਕਿ ਹਾਏ ਮੈਂ ਪੁੱਛਣਾ ਸੀ ਤੇ ਮੈਂ ਪੁੱਛ ਨਹੀਂ ਸਕੀ। ਠੀਕ ਹੈ ਨਾ? ਤੇ ਮੁਬਸਰਾ ਗੱਲ ਕਰੋ ਪਲੀਜ਼, ਟਾਈਮ ਦਾ ਖਿਆਲ ਰੱਖਦੇ ਹਾਂ। ਅਗਰ ਇੱਕ ਸੈਸ਼ਨ ਜਾਰੀ ਰਹੇਗਾ ਤੇ ਮੇਰਾ ਖਿਆਲ ਹੈ ਕਿ ਡਿਸਕਸ਼ਨ ਨੂੰ ਅਸੀਂ ਨੈਕਸਟ ਵੀਕ ਵਾਸਤੇ ਕੈਰੀ ਔਨ ਕਰ ਲੈਂਦੇ ਹਾਂ। ਬਹੁਤ ਸਾਰੀ ਚੀਜ਼ਾਂ ਦਾ ਜਵਾਬ ਡਾਕਟਰ ਸਾਹਿਬਾ ਨੇ ਦੇ ਦਿੱਤਾ ਹੈ, ਲੇਕਿਨ ਬਹੁਤ ਸਾਰੇ ਹੋਰ ਸਵਾਲਾਤ ਵੀ ਜ਼ਿਹਨ 'ਚ ਖੜੇ ਹੋ ਗਏ ਨੇ। ਕੁਝ ਮੇਰੇ ਆਪਣੇ ਪਰਸਨਲ ਐਕਸਪੀਰੀਅੰਸ ਨੇ ਜਿਹੜੇ ਮੈਂ ਸਾਰਿਆਂ ਦੇ ਨਾਲ ਲਾਜ਼ਮੀ ਸ਼ੇਅਰ ਕਰਨਾ ਚਾਹ ਰਹੀ ਹਾਂ। ਜਿਹੜੇ ਬੱਚਿਆਂ ਦੀ ਤਰਬੀਅਤ ਦੇ ਹਵਾਲੇ ਨਾਲ ਨੇ, ਆਪਣੀ ਸੋਚ ਦੀ ਤਰਬੀਅਤ ਦੇ ਹਵਾਲੇ ਨਾਲ, ਔਰ ਸਪੈਸ਼ਲੀ ਜਿਹੜਾ ਚੇਂਜ ਮੈਂ ਆਪਣੇ ਹਸਬੈਂਡ ਦੇ ਅੰਦਰ ਪੈਦਾ ਕੀਤਾ ਜਾਂ ਆਲਰੇਡੀ ਉਹਨਾਂ ਦੇ ਵਿੱਚ ਸੀ, ਜਿਹੜਾ ਸਿਰਫ ਮੈਂ ਉਜਾਗਰ ਕੀਤਾ ਹੈ, ਉਹ ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹ ਰਹੀ ਹਾਂ। ਔਰ ਮਾਈਟ ਵੀ ਇਹ ਹੈਲਪਫੁਲ ਹੋਏ ਸਾਰਿਆਂ ਵਾਸਤੇ। ਤੇ ਜਿਸ ਤਰ੍ਹਾਂ ਤੁਸੀਂ ਕਹੋਗੇ ਸਵਾਲ ਕਰਾਂ ਜਾਂ ਅਗਲੇ ਸੈਸ਼ਨ ਵਾਸਤੇ ਰੱਖ ਲੈਣੀ ਇਹਨੂੰ? ਸਵਾਲ ਤੁਸੀਂ ਕਰਦੇ ਹੋ, ਉਹ ਅਸੀਂ ਨੋਟ ਕਰ ਲੈਂਦੇ ਹਾਂ ਤੇ ਮਤਲਬ ਅਗਲੇ ਹਫਤੇ ਵਿੱਚ ਮੇਰਾ ਖਿਆਲ ਹੈ ਮੈਂ ਇਹਨਾਂ ਨੂੰ ਪੁੱਛਾਂਗੀ ਕਿ ਇਹਨਾਂ ਕੋਲ ਟਾਈਮ ਹੈ, ਕਿਉਂਕਿ ਟਾਈਮ ਕੱਢਣਾ ਇਹ ਕਾਫੀ ਮਸਰੂਫ ਹਸਤੀ ਨੇ। ਤੇ ਉਹ ਚਲੋ ਅਗਰ ਆਸਮਾ ਡਾਕਟਰ ਸਾਹਿਬ ਅਗਰ ਨਹੀਂ ਵੀ ਆ ਸਕਦੇ ਆ, ਲੇਕਿਨ ਅਸੀਂ ਐਸੇ ਸੈਸ਼ਨ ਨੂੰ ਅਗਰ ਜਾਰੀ ਰੱਖੀਏ ਤੇ ਉਹ ਮੇਰਾ ਖਿਆਲ ਹੈ ਕਿ ਵੈਰੀ ਹੈਲਪਫੁਲ ਰਹੇਗਾ। ਜੈਂਡਰ ਅਵੇਅਰਨੈਸ ਸਟੱਡੀ ਦੇ ਵਿੱਚ ਇਹ ਗੱਲਾਂ ਤੇ ਹੋਣਗੀਆਂ। ਔਰ ਇਹਨਾਂ ਨੇ ਤੇ ਜਾਗ ਲਾ ਦਿੱਤੀ ਹੈ ਕਿ ਹੋਵਣ ਆਈਆਂ ਤੇ ਰਲ ਕੀੜੀ ਹੋਈਏ। ਇਹ ਉਹੀ ਪ੍ਰੋਸੈਸ ਹੈ। ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਜਾਂ ਸਵਾਲ ਪੈਦਾ ਹੋ ਰਹੇ ਨੇ, ਇਹ ਸਾਨੂੰ ਉਸੇ ਸਾਈਡ ਨੂੰ ਹੀ ਲੈ ਕੇ ਜਾ ਰਿਹਾ ਹੈ। ਤੇਰ ਮੇਰ ਦੀ ਗੱਲ ਸੋਚਣੀ ਹੈਗੀ ਹੈ। ਪਾਵਰ ਤੇ ਜਿਹੜਾ ਕਮਜ਼ੋਰ ਹੈ, ਜਿਹੜਾ ਜ਼ਾਲਮ ਹੈ ਤੇ ਕਮਜ਼ੋਰ ਹੈ, ਉਹਦੀ ਗੱਲ ਸੋਚਣੀ ਹੈਗੀ ਹੈ। ਔਰ ਉਹ ਡੇ ਟੂ ਡੇ ਜਿਹੜੇ ਹਾਲਾਤ ਸਾਡੇ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ, ਉਹਦੇ ਚ ਆਪਣੇ ਰਵੱਈਆਂ ਵੱਲ ਨਿਗਾਹ ਮਾਰਨੀ ਹੋਏਗੀ ਕਿ ਅਸੀਂ ਕੀ ਕਰ ਰਹੇ ਹਾਂ, ਸਾਡੇ ਇਰਦ ਗਿਰਦ ਕੀ ਹੋ ਰਿਹਾ। ਤੇ ਇਹ ਗੱਲ ਚੱਲਦੀ ਜਾਏਗੀ। ਇਹ ਸਾਡੇ ਸੈਸ਼ਨ ਐਸੇ ਤੇ ਹੀ ਚੱਲਣਗੇ ਔਰ ਵਿੱਚ ਆਸਮਾ ਜੀ ਆਉਂਦੇ ਰਹਿਣਗੇ। ਇਹ ਵੀ ਸਾਡੇ ਦੀਵਾ ਦਾ ਹਿੱਸਾ ਨੇ। ਇਹਨਾਂ ਦੀ ਰੋਸ਼ਨਾਈ ਬਹੁਤ ਜ਼ਰੂਰੀ ਹੈ। ਅਸੀਂ ਹੋਰ ਵੀ ਸਾਡੀਆਂ ਬਹੁਤ ਅੱਛੀਆਂ ਸਹੇਲੀਆਂ ਨੇ, ਜਿਵੇਂ ਮੈਂ ਥੀਏਟਰ ਦੇ ਹਵਾਲੇ ਨਾਲ ਹੁਮਾ ਸਫਤਰ ਦਾ ਸੋਚਦੀ ਹਾਂ ਕਿ ਉਹ ਜਿਵੇਂ ਚੀਜ਼ਾਂ ਨੂੰ ਦੇਖਦੇ ਨੇ। ਮਤਲਬ ਔਰਤਾਂ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਸਮੀਨਾ ਵਾਨ ਨੇ ਕਿਹਾ ਲਿਖਤਾਂ ਨਹੀਂ ਲਿਖਦੀਆਂ, ਲੇਕਿਨ ਜਿਨ੍ਹਾਂ ਨੇ ਲਿਖੀਆਂ ਨੇ ਉਹਨਾਂ ਨੂੰ ਉਸ ਤਰ੍ਹਾਂ ਐਪਰੀਸ਼ੀਏਟ ਵੀ ਨਹੀਂ ਕੀਤਾ ਜਾਂਦਾ। ਮਤਲਬ ਮੈਨੂੰ ਅੱਜ ਹੀ ਖਿਆਲ ਆ ਰਿਹਾ ਸੀ ਕਿ ਮੈਂ ਇੱਕ ਕਨਵਰਸੇਸ਼ਨ ਲਿਖੀ ਹੈ। ਇੱਕ ਔਰਤ ਨੂੰ ਮੈਂ ਫੋਨ ਕਰਦੀ ਹਾਂ ਕਿ ਉਹ ਮੇਰੇ ਗਰੁੱਪ ਵਿੱਚ ਆਵੇ, ਔਰ ਉਸ ਫੋਨ ਕਨਵਰਸੇਸ਼ਨ ਨੂੰ ਮੈਂ ਤਹਿਰੀਰ ਕੀਤਾ ਹੈ ਕਿ ਉਹ ਫੋਨ ਦੇ ਉੱਤੇ ਮੈਨੂੰ ਕਹਿੰਦੀ ਕੀ ਹੈ। ਉਹ ਮੈਂ ਕੋਈ 5 ਸਾਲ ਪਹਿਲੇ ਲਿਖੀ ਹੈ, ਮੈਨੂੰ ਅੱਜ ਤਾਈਂ ਸੁਣਾਉਣ ਦਾ ਟਾਈਮ ਨਹੀਂ ਲੱਗਾ। ਜਾਂ ਮੈਨੂੰ ਮਤਲਬ ਮੈਂ ਇੱਕ ਅੱਧੀ ਵਾਰੀ ਕੋਸ਼ਿਸ਼ ਵੀ ਕੀਤੀ ਤੇ ਉਹਨੂੰ ਕੋਈ ਲਿਫਟ ਹੀ ਨਹੀਂ ਕਿਸੇ ਨੇ ਕਰਾਈ। ਔਰ ਇਹੀ ਗੱਲ ਹੈ ਕਿ ਇਹ ਇੱਕ ਨਜ਼ਮ ਦੀ ਗੱਲ ਨਹੀਂ ਹੈ। ਇਹ ਓਵਰਆਲ ਜੇ ਮੈਂ ਗਰੁੱਪ ਸ਼ੁਰੂ ਕੀਤਾ, ਬਹੁਤ ਸਾਰੇ ਇਹਨੂੰ ਮਤਲਬ ਏਦਾਂ ਵੀ ਦੇਖ ਹੋਰ ਤਰ੍ਹਾਂ ਵੀ ਸੋਚਦੇ ਨੇ। ਉਹ ਇਹਦੀ ਅਹਿਮੀਅਤ ਨੂੰ ਉਸ ਤਰ੍ਹਾਂ ਨਹੀਂ ਵੇਖਦੇ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਦੇਖਦੇ ਨੇ। ਯਾਨੀ ਇਹ ਸਾਡਾ ਆਪਣਾ ਪਰਸਪੈਕਟਿਵ ਵੀ ਹੈ ਕਿ ਅਸੀਂ ਕਿੱਦਾਂ ਦੇਖਦੇ ਹਾਂ। ਔਰਤਾਂ ਜਦੋਂ ਕੁਝ ਕਰਦੀਆਂ ਨੇ ਤੇ ਔਰਤਾਂ ਹੀ ਫਿਰ ਉਹਨਾਂ ਨੂੰ
ਉਹਦੇ ਤੇ ਤਵੱਜੋ ਦੇਣ ਜਾਂ ਉਹਨੂੰ बढ़ाणगियां ਤੇ ਫੇਰ ਹੀ ਗੱਲ ਅੱਗੇ ਚੱਲਣੀ ਹੈ। ਆਸਮਾ ਤੁਸੀਂ ਕੁਝ ਕਹਿਣਾ ਚਾਹ ਰਹੇ? ਹਾਂਜੀ, ਮੈਂ ਬਸ ਇੱਕ ਗੱਲ ਕਰਨਾ ਚਾਹ ਰਹੀ ਹਾਂ ਕਿ ਸਾਡੀ ਇਸ ਮੀਟਿੰਗ ਦਾ, ਸਾਡੇ ਇਸ ਮਿਲਣ ਦਾ ਫਾਇਦਾ ਉਸ ਸੂਰਤ ਵਿੱਚ ਹੈ ਕਿ ਜੇ ਤੁਸੀਂ ਸਾਰੇ ਕੁਝ ਨਾ ਕੁਝ ਲਿਖੋ, ਬਿਲਕੁਲ पेज लिखो, एक पैराग्राफ लिखो, एक नज़म लिखो, एक कहानी लिखो, अपनी जिंदगी का कोई तजर्बा लिखो, लेकिन ਉਹਦੇ ਲਈ ਡੈਡਲਾਈਨ ਹੈ 1 ਮਹੀਨਾ। 1 ਮਹੀਨੇ ਦੇ ਅੰਦਰ ਲਿਖੋ, ਅਗਲੇ ਮਹੀਨੇ ਚ ਅਸੀਂ ਉਹਨੂੰ ਪ੍ਰੋਸੈਸ ਕਰੀਏ ਔਰ ਤੀਸਰੇ ਮਹੀਨੇ ਚ ਕਿਤਾਬ ਪਬਲਿਸ਼ ਹੋਵੇ। ਫਿਰ ਪਤਾ ਲੱਗੇਗਾ ਕਿ ਹਾਂ ਅਸੀਂ ਵਾਕਈ ਹੀ ਹੋਵਣ ਆਏ ਆ। ਸਹੀ ਗੱਲ। ਬਾਕੀ ਅਗਰ ਗੱਲਾਂ ਨੇ ਤੇ ਗੱਲਾਂ ਤੇ ਕਰਦੇ ਰਵਾਂਗੇ, ਇਹਨਾਂ ਦਾ ਫਾਇਦਾ ਕੋਈ ਨਹੀਂ। ਅਗਰ ਅਸੀਂ ਚਾਹਨੇ ਆ ਕਿ ਆਉਣ ਵਾਲੀ ਜਨਰੇਸ਼ਨ ਤੱਕ ਸਾਡਾ ਕੋਈ ਰਿਕਾਰਡ ਬਾਕੀ ਰਵੇ ਔਰ ਉਹਨਾਂ ਨੂੰ ਕੋਈ ਚੀਜ਼ ਪਹੁੰਚੇ, ਤੇ ਉਹਦੇ ਲਈ ਉਸ ਚੀਜ਼ ਦਾ ਲਿਖਤੀ ਰੂਪ ਵਿੱਚ ਆਣਾ ਬਹੁਤ ਜ਼ਰੂਰੀ ਹੈ। ਔਰ ਅਸੀਂ ਉਹ ਜਿਹੜਾ ਬਣਿਆ ਹੋਇਆ ਇੱਕ ਸਟਰਕਚਰ ਹੈ ਕਿ ਲਿਖਾਰੀ ਲਿਖਦਾ ਹੈ ਔਰ ਰਾਈਟਰ ਪਤਾ ਨਹੀਂ ਕਿਹੜੇ ਆਈਡੀਅਲ ਮਾਹੌਲ 'ਚ ਬੈਠ ਕੇ ਲਿਖਦਾ ਹੈ, ਅਸੀਂ ਉਸ ਬਣੇ ਹੋਏ ਸਟਰਕਚਰ ਨੂੰ ਨਹੀਂ ਤੋੜਨਾ ਚਾਹੁੰਦੇ। ਬਿਲਕੁਲ। ਸਾਡੇ ਕੋਲ ਟੀਵੀ ਚੱਲ ਰਿਹਾ ਹੁੰਦਾ ਹੈ, ਸਾਡੇ ਕੋਲ 10 ਦਫਾ ਸੁਮੇਲ ਬਾਹਰ ਖੇਲਣ ਜਾਂਦੇ ਨੇ, 10 ਦਫਾ ਅੰਦਰ ਆਉਂਦੇ ਨੇ, ਨਾਲ 4 ਬੱਚੇ ਆਉਂਦੇ ਨੇ, ਨਾਲ ਸ਼ਿਕਾਇਤਾਂ ਆਉਂਦੀਆਂ ਨੇ, ਨਾਲ ਖਾਣਾ ਬਣ ਰਿਹਾ ਹੁੰਦਾ ਔਰ ਨਾਲ ਅਸੀਂ ਰਾਈਟਿੰਗ ਕਰ ਰਹੇ ਹੁੰਦੇ, ਔਰ ਫਿਰ ਲੋਕ ਸਾਨੂੰ ਪੁੱਛਦੇ ਨੇ ਤੁਸੀਂ ਕਿਸ ਵੇਲੇ ਲਿਖਦੇ ਹੋ? ਤੇ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਇਹਨਾਂ ਨੂੰ ਕੀ ਦਸੀਏ ਕਿ ਤੁਹਾਡਾ ਖਿਆਲ ਹੈ ਇੱਕ ਬੜਾ ਸ਼ਾਨਦਾਰ ਮੇਜ਼ ਕੁਰਸੀ ਪਿਆ ਹੋਇਆ ਹੈ, ਉੱਤੇ ਬੜੇ ਵਧੀਆ ਜੇ ਕਾਗਜ਼ ਔਰ ਪੈਨ ਪਏ ਹੋਏ ਨੇ, ਤੇ ਅਸੀਂ ਬੈਠ ਕੇ ਰਾਈਟਿੰਗ ਕਰ ਰਹੇ ਹਾਂ। ਸਾਡੀ ਰਾਈਟਿੰਗ ਇੰਜ ਨਹੀਂ ਹੁੰਦੀ। ਅਸੀਂ ਕਿਚਨ 'ਚ ਖਲੋ ਕੇ ਨਾਲ ਨਾਲ ਲਿਖ ਲੈਣਾ। ਅਸੀਂ ਔਰਤਾਂ ਵਾਂ, ਇਹੀ ਤੇ ਕਮਾਲ ਹੈ ਕਿ ਅਸੀਂ ਉਸੇ ਕ੍ਰੀਏਟਿਵ ਕੰਮ ਨੂੰ ਨਾਲ ਲਿਖਤ ਵਿੱਚ ਵੀ ਲੈ ਕੇ ਆਣਾ। ਤੇ ਤੁਸੀਂ ਸਾਨੂੰ ਸਵਾਲ ਤੇ ਕਰੋ 100 ਬਿਸਮਿਲ੍ਲਾ, ਪਰ ਸਾਡਾ ਸਵਾਲ ਹੈ ਜਿਹੜਾ ਉਹ ਵੀ ਖੈਰ ਪਾਓ। ਬਿਲਕੁਲ ਬਿਲਕੁਲ। ਅੱਜ ਦੇ ਪ੍ਰੋਗਰਾਮ ਦਾ ਐਂਡ ਮੈਂ ਇਹੀ ਕਰਨਾ ਹੈ ਕਿ ਅਸੀਂ ਸਭ ਨੇ, ਤੁਹਾਨੂੰ ਸਭ ਨੂੰ ਜਿਹੜੇ ਮੇਰੇ ਨਾਲ ਬੋਲ ਰਹੇ ਨੇ, ਆਵਾਜ਼ ਨਹੀਂ ਆ ਰਹੀ ਨੁਜ਼ਰ ਜੀ। ਲਾਇਕਾ ਕੁਝ ਬੋਲ ਰਹੇ ਨੇ, ਮਾਈਕ ਆਫ। ਅਨਮਿਊਟ ਕਰੋ ਲਾਇਕਾ, ਅਨਮਿਊਟ ਕਰੋ। ਸੌਰੀ ਮੈਂ ਕਹਿ ਰਹੀ ਸਾਂ ਕਿ ਆਸਮਾ ਜੀ ਦੀ ਗੱਲ ਨੂੰ ਥੋੜਾ ਸਾਰਾ ਅੱਗੇ ਲੈ ਕੇ ਕਿ ਰਿਸਰਚ ਵੀ ਹੋਈ ਹੈ ਕਿ ਔਰਤਾਂ ਦਾ ਜਿਹੜਾ ਦਿਮਾਗ ਹੈ ਸਿਰਫ ਉਹੀ ਮਲਟੀਟਾਸਕ ਕਰ ਸਕਦਾ, ਮਰਦਾਂ ਦਾ ਦਿਮਾਗ ਸਿਰਫ ਇੱਕ ਟਾਈਮ ਤੇ ਇੱਕ ਟਾਸਕ ਕਰ ਸਕਦਾ ਹੈ। ਸੋ ਇਟਸ ਅ ਵੈਲ ਨੋਨ ਸਾਇੰਟਿਫਿਕ ਫੈਕਟ ਕਿ ਔਰਤਾਂ ਦਾ ਦਿਮਾਗ ਮਲਟੀਟਾਸਕ ਦੇ ਕਾਬਿਲ ਹੈ, ਕਰ ਸਕਦਾ ਹੈ। ਓਨਲੀ ਬ੍ਰੇਨ ਆਫ women can multitask। ਸੋ ਜੀ ਸ਼ੁਕਰੀਆ। तो ਇਹ ਮਤਲਬ ਹੈ ਕਿ ਵੈਲ ਨੋਨ ਫੈਕਟ ਹੈ, ਹੁਣ ਸਾਇੰਟਿਫਿਕਲੀ ਪ੍ਰੂਵਨ। ਅੰਜੇ ਨਿਮਰਾ ਜੀ, ਤੁਸੀਂ ਹੱਥ ਖੜਾ ਕੀਤਾ ਹੋਇਆ, ਤੁਸੀਂ ਕੋਈ ਮੁਖਤਸਰ ਗੱਲ करना चाहते हो? जी, ग्रुप की बर्थडे के बारे में कह सकते हैं कि अब टाइम फिनिश हो गया नुसरत जी? कह दो आज खुली छुट्टी है तो। हाँ जी, थैंक यू सो मच। बर्थडे के हवाले से पहले तो हैप्पी बर्थडे दीवा ग्रुप को, जेंडर अवेयरनेस ग्रुप को। हैट्स ऑफ टू यू नुसरत जी, बहुत अच्छा काम शुरू किया है और आपकी जो टीम थी जिन्होंने शुरू किया आपके साथ, आगे ऐसे ही चलते रहे। मुबशरा जी, बहुत अच्छा इंट्रोडक्शन किया, थैंक यू सो मच। समीना जी, आसमा जी, आपने भी जो साथ दिया आज, बहुत ज़हन खुल गया, बहुत क्वेश्चंस हैं विच विल कंटिन्यू नेक्स्ट टाइम। तो इस प्लेटफॉर्म के बारे में कुछ अल्फाज बोलना चाहूंगी कि आपका कॉन्फिडेंस बिल्ड होता है, आपको फील होता है कि आपके जो ओपिनियंस है उसकी कदर है इस ग्रुप में, और जो आपका कंट्रीब्यूशन है उससे चेंज आता है हमारी सोचों में, हमारी पर्सनल लाइफ में। और मैं इस चीज पे यकीन करती हूँ कि फ्यूचर में, जैसे आप कह रही हैं आसमा जी, अपने घर को अगर बदलेंगे तो आगे जनरेशन टू जनरेशन चेंज आएगा। एक दूसरी बात है कि हमारी जॉब्स जो भी हो करते हो, हाउसवाइफ हो, रिगार्डलेस हम औरत हैं और एक दूसरे को हम मोटिवेट करते हैं। इस अम्ब्रेला के अंडर वी आर वन, हम सेपरेट नहीं है, हम एक हैं। तो इस ग्रुप में जब भी कोई आता है, हम एक दूसरे के साथ दिल खोल के बात करते हैं, चाहे पर्सनल मैटर हो, चाहे आपके जॉब के रिलेटेड हो, चाहे किसी भी दुनिया के माशरे में जो रहते हैं, कुछ भी फेस करते हैं, ये ग्रुप हमें वो कंफर्ट देता है कि हम अपने दिल की बात कर सकते हैं। काफी कुछ लिखा है, बिकॉज ऑफ टाइम आई विल रैप इट अप। तो हैप्पी बर्थडे, हैट्स ऑफ टू यू नुसरत जी, एंड आई होप वी कंटिन्यू टू डू वेल। थैंक यू वेरी मच। और मैं ਤੁਹਾਨੂੰ ਨਿਮਰਾ ਹੀ ਕਹਿਦਾ ਕਿ ਗਰੁੱਪ ਤੇ ਤੁਹਾਡਾ ਹੈ, ਤੁਸੀਂ ਸਭ ਕੁਝ ਕੀਤਾ ਹੈ, ਸਾਰਿਆਂ ਨੇ ਮਿਲ ਜੁਲ ਕੇ। ਨੁਜ਼ਰਤ ਨੇ ਤੇ ਨੁਜ਼ਰਤ ਤੁਹਾਡੇ ਨਾਲ ਹੈ, ਤੁਸੀਂ ਨੁਜ਼ਰਤ ਦੇ ਨਾਲ ਹੋ। ਔਰ ਦੇਖੋ ਆਸਮਾ ਜੀ ਵੀ ਸਾਡੇ ਨਾਲ ਰਹਿਣਗੇ। ਔਰ ਅਸੀਂ ਗੱਲਾਂ ਵਾਕਈ ਜਿਹੜੀਆਂ ਉਹ ਖਤਮ ਨਹੀਂ ਹੁੰਦੀਆਂ, ਲੇਕਿਨ ਮੇਰਾ ਖਿਆਲ ਹੈ ਕਿ ਅੱਜ ਦਾ ਜਿਹੜਾ ਮੈਸੇਜ ਹੈ ਉਹਦੇ ਚ ਸੰਜੀਦਗੀ ਨਾਲ ਇੱਕ ਚੀਜ਼
ਤੁਸੀਂ ਤੁਹਾਨੂੰ ਯਾਦ ਹੋਏਗਾ ਕਿ ਮੈਂ ਹਰ ਵਾਰੀ ਕਹਿੰਦੀ ਹਾਂ ਕਿ 4 ਲਾਈਨਾਂ ਲਿਖ ਲਓ, ਅੱਧਾ ਸਫਾ ਲਿਖ ਲਓ, 1 ਸਫਾ ਲਿਖ ਲਓ, ਲੇਕਿਨ ਲਿਖਿਆ ਤੁਹਾਡਾ ਰਹਿ ਜਾਣਾ, ਗੱਲਾਂ ਜਿਹੜੀਆਂ ਨਾ ਉਹ ਐਵੇਂ ਉੱਡ ਫੁੱਡ ਜਾਂਦੀਆਂ ਨੇ। ਸੋ ਲਿਖੋ, ਇਹ ਇਹਨਾਂ ਦੀ ਸੁਜੈਸਸ਼ਨ, ਤੁਸੀਂ ਇਹਨਾਂ ਦੀ ਗੱਲ ਮੰਨੋ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਕਿ ਇਹ ਪਾਕਿਸਤਾਨ ਦੇ ਵਿੱਚ ਹਰ 15 ਦਿਨਾਂ ਬਾਅਦ ਇੱਕ ਪਰਚਾ ਵੀ ਛਾਪਦੇ ਨੇ ਜਿਹੜਾ ਡਿਸਟ੍ਰੀਬਿਊਟ ਹੁੰਦਾ ਹੈ। ਮੈਂ ਸੋਚ ਰਹੀ ਹਾਂ ਕਿ ਮੈਂ ਮੁਫਸਰਾ ਨੇ ਜੋ ਲਿਖਿਆ ਹੈ ਅੱਜ ਨੇ, ਪਹਿਲੀ ਦਫਾ ਸ਼ਾਇਦ ਦੂਸਰੀ ਵਾਰੀ ਪੰਜਾਬੀ ਵਿੱਚ ਲਿਖਿਆ, ਉਹ ਮੈਂ ਇਹਨਾਂ ਨੂੰ ਭੇਜਾਂਗੀ ਔਰ ਇਹਨਾਂ ਦਾ ਇਹ ਪਰਚਾ ਛਪੇਗਾ। ਇਹ ਔਰਤਾਂ ਦੀ ਗੱਲ ਹੈ, ਇਹ ਲੋਕਾਂ ਤੱਕ ਜਾਣੀ ਚਾਹੀਦੀ ਹੈ ਕਿ ਏਦਾਂ ਔਰਤਾਂ ਮਿਲ ਕੇ ਬੈਠਦੀਆਂ ਨੇ, ਪੜ੍ਹਦੀਆਂ ਨੇ, ਕੁਝ ਸਿੱਖਦੀਆਂ ਨੇ। ਔਰ ਪੰਜਾਬੀ ਜਿਹੜੀ ਜਿਹਨੂੰ ਬਿਲਕੁਲ ਤਵੱਜੋ ਨਹੀਂ ਦਿੱਤੀ, ਅੱਜ ਉਹ ਪੰਜਾਬੀ ਵੀ ਬੋਲ ਰਹੀਆਂ ਨੇ, ਪੰਜਾਬੀ ਵੀ ਲਿਖ ਰਹੀਆਂ ਨੇ, ਬੱਚਿਆਂ ਦੀ ਜ਼ਿੰਦਗੀ ਵਿੱਚ ਵੀ ਰੋਲ ਪਲੇ ਕਰ ਰਹੀਆਂ ਨੇ, ਮਾਸ਼ਰੇ ਦੇ ਵਿੱਚ ਵੀ ਰੋਲ ਪਲੇ ਕਰ ਰਹੀਆਂ ਨੇ। ਤੇ ਇਹ ਕੰਮ ਸਾਨੂੰ ਜਾਰੀ ਰੱਖਣਾ ਹੋਏਗਾ। ਗੁਰਮੇਲ, ਤੈਨੂੰ ਜੀ ਆਇਆਂ ਨੂੰ। ਲੇਕਿਨ ਮੈਂ ਬੜੀ ਮਾਜ਼ਰਤ ਦੇ ਨਾਲ ਹੁਣ ਇਜਾਜ਼ਤ ਲੈਣਾ ਚਾਹਾਂਗੀ। ਆਸਮਾ ਜੀ, ਜਿਉਂਦੇ ਰਹੋ, ਖੁਸ਼ ਰਹੋ ਔਰ ਸਾਨੂੰ ਕੀੜੀ ਬਣਨ ਦੇ ਵਿੱਚ ਬੜੀ ਮਦਦ ਕਰਨਾ, ਕਿਉਂਕਿ ਹਲੇ ਵੀ ਸਾਡੇ ਅੰਦਰਾਂ ਚ ਨਾ ਬੜੀ ਬੋ ਹੈ। ਅਸੀਂ ਜਨਾਬ ਇਹ ਕੀਤਾ ਹੈ, ਅਸੀਂ ਫਲਾਹ ਯੂਨੀਵਰਸਿਟੀ ਚ ਪੜ੍ਹੇ ਹੈ, ਅਸੀਂ ਜਨਾਬ ਬੜੇ ਕੋਈ ਤੋਪ ਬਣ ਗਏ ਆ, ਲੇਕਿਨ ਅਸੀਂ ਕਾਮੇ ਆ, ਅਸੀਂ ਕਾਮੇ ਹੀ ਰਹਿਣਾ ਚਾਹੁੰਦੇ ਆ। ਅਸੀਂ ਆਪ ਕੀੜੀ ਜਿੰਨਾ ਕੰਮ ਜ਼ਰੂਰ ਕਰਨਾ ਚਾਹਾਂਗੇ, ਹੋਰ ਇਸ ਤੋਂ ਜ਼ਿਆਦਾ ਨਾ ਵੀ ਕਰ ਸਕੀਏ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇੰਨਾ ਵਕਤ ਸਾਨੂੰ ਦਿੱਤਾ। ਔਰ ਜਿੰਨੇ ਵੀ ਸਟੂਡੈਂਟ ਤੁਹਾਡੀ ਆਏ ਨੇ, ਮੈਂ ਉਹਨਾਂ ਦੀ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਡਾਕਟਰ ਸਮੀਨਾ ਦਾ ਵੀ। ਸਮੀਨਾ, ਬਟ ਤੁਹਾਡੀ ਗੱਲ ਰਹਿ ਗਈ ਹੈ, ਮੈਨੂੰ ਪਤਾ ਹੈ, ਤੇ ਉਹ ਕੋਈ ਨਹੀਂ, ਸਾਡੀ ਇਹ ਗੱਲ ਚੱਲਦੀ ਰਹਿਣੀ ਕੋਈ ਨਹੀਂ ਹੈ। ਤੇ ਵਕਤਨ ਫਵਕਤਨ ਅਸੀਂ ਇੰਜ ਵੀ ਕਰ ਸਕਦੇ ਹਾਂ ਕਿ ਅਸੀਂ ਜਿਸ ਤਰ੍ਹਾਂ ਅਗਰ 1 ਮਹੀਨੇ ਵਿੱਚ ਤੁਸੀਂ ਇੱਕ ਚੀਜ਼ ਤਹਿਰੀਰ ਕਰੋ, ਉਹ ਅਸੀਂ ਆਸਮਾਨ ਜੀ ਨੂੰ ਭੇਜੀਏ ਔਰ ਫਿਰ ਵਾਪਸ 1 ਮਹੀਨੇ ਬਾਅਦ ਸਾਨੂੰ ਮਤਲਬ ਇਹ ਮਿਲਦੇ ਰਹਿਣਗੇ। ਇਹ ਸਾਡੇ ਹਿੱਸਾ ਹੈ, ਕਿਉਂ ਜੀ ਆਸਮਾ ਜੀ, ਤੁਸੀਂ ਸਾਡਾ ਹਿੱਸਾ ਹੋ। ਤੇ ਇਹ ਜਿੰਨਾ ਵੀ ਬਿਲकुल मैं नाल हाँ, ਜਦੋਂ ਵੀ ਤੁਸੀਂ ਕਹੋਗੇ मैं बिल्कुल हाजिर हाँ। बस अपना एक एक्सपीरियंस लिख दियो, 2 लिख दियो। लिखन का मसला सिर्फ औरतां ਲਈ ਹੁੰਦਾ, शुरू कितों करना है। हाँ, ਤੁਸੀਂ ऐसे तो शुरू कर दियो कि आज गल सुनी सी ते मैनू अपनी ये गल याद आई है, बस अपने नाल होई ज्यादती या अपने नाल होया कोई अच्छी चीज, जेड़ी भी चीज याद है, जरूरी नहीं कि माड़ी होई होवे, अच्छी भी, बस वो एक चीज लिख दियो। अज दा दिन लिख के इत्थों ही शुरू कर लो। और मैं लाइका शेख ਨੂੰ ਕਿਹਾ ਹੈ ਕਿ ਮੈਂ ਇਹਦੇ ਤੋਂ ਕੁਝ ਲਿਖਵਾਣਾ ਹੈ, ਔਰ ਉਹ ਕੀ ਲਿਖਵਾਣਾ ਹੈ ਲਾइका शेख, ਤੁਸੀਂ ਦੱਸੋ ਸਾਰਿਆਂ ਨੂੰ। मेरे फादर दी जिंदगी जो मैं उन्होंने सीखा है, बुजुर्गों को जो कुछ मैं एक्चुअली मैं बुजुर्गों को बहुत कुछ सीखा है। मेरी इंपॉर्टेंट है, मेरी सारी एजुकेशन ही बुजुर्गों को बैठ के आई है। सो जितनी भी मैनू समझ आई दुनिया दी या रिश्तियां दी या लोगों दी, मैनू बुजुर्गों दी गल्लां तो ही आ रही है। एजुकेशन तो तुहानू सिर्फ सर्टिफिकेट दे देंदी है या पॉलिश कर देंदी तुहाडी नॉलेज, लेकिन मैं बहुत कुछ सीखा बुजुर्गों को। और मैं मतलब उस चीज़ ना मिस कर रही हूं कि जो पुराना जमाना हुंदा सी, ओही तरंजन वाला औरतां बैठियां कर रही ने गल्लां, वो एजुकेशन तो निकल गई, हुण तो सिर्फ क्वालिफिकेशंस रह गई, सर्टिफिकेट्स रह गए ने। एजुकेशन तो एक्चुअली निकल गई है जिंदगी चों। जो कुछ सीखने सा बुजुर्गों कोलों, वो ते लाजवाल लर्निंग होंदी सी, वो ते निकल गई अनफॉर्चुनेटली। मतलब वो ते बहुत दुख दी गल है। ते बैठियां जो तुहानू मैं सुन रही सा ते मैं बैठियां एक शेर लिख दिता, पता नहीं टुटा भज्जा। रिश्तियां दा समझ ला हेर फेर, ना कर तेर मेर ते ना झाड़ू फेर। हाँ, जेड़े तेर मेर ने ना ओदे अगे ला दो, जिन्नियां भी है, जेड़ा भी है तेर मेर ओदे ते फेर ओदे उत्ते झाड़ू फेर। बहुत अच्छा, तेर मेर ते झाड़ू फेर। मैं हुणे बैठे बहुत अच्छे समीना ने समझ ला हेर फेर, ना कर तेर मेर ते ना झाड़ू फेर। समीना ने भी कुछ लिखा जेड़ा वो कह रही ने कि अगले हफ्ते शेयर करनगियां। समीना भट्ट ने भी कुछ शेयर करना सी, वो भी असी अगले हफ्ते शेयर करांगे। और इस गल ना कि असी जरूर कुछ लिखांगे। लाइका ने शेयर लिख दिता, तुसी भी लिखो। और जिंदियां वसदियां रहो। थैंक यू सो मच एवरीवन जेड़े भी अज दी महफिल च शामिल होए। और आसमा जी, दिल दियां गहराइयां नालों गहराइयां तो बहुत प्यार, ते जिंदे रहो, वसते रहो, आंदे जांदे रहो। ठीक है, बहुत अच्छा लगा, रब रखा। ठीक है, रब रखा।